ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਝੁਕ ਝੁਕ ਕਰੈ ਸਲਾਮ ਅਗਾਰੀ, ਗੁਰ ਤਾਰੀਫ ਬੁਲੰਦ ਉਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਪ੍ਰੀਤਵਾਨ ਗੁਰੂ ਪਿਆਰੇ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਵੈਂਟਰੀ ਯੂਕੇ ਵਿਖੇ ਆਪਾਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਜੁੜ ਬੈਠੇ ਹਾਂ। ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਤੋਂ ਉਪਰੰਤ ਸਤਿਗੁਰੂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਦੀ ਲੜੀ ਦੇ ਨਾਲ ਨਿੱਤਾ ਅਪਰਾਧੀ ਦੀ ਤਰ੍ਹਾਂ ਜੁੜ ਬੈਠੇ ਹਾਂ। ਬੀਤੇ ਕੱਲ ਆਪਾਂ ਰਲ ਮਿਲ ਕੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਜੀਵਨ ਇਤਿਹਾਸ ਦੇ ਵਿੱਚੋਂ ਪ੍ਰਸੰਗ ਸਰਵਣ ਕੀਤਾ। ਸਤਿਗੁਰੂ ਦੇ ਦਰਬਾਰ ਵਿੱਚ ਜਿੱਥੇ ਹੋਰ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਹਨ, ਉੱਥੇ ਇੱਕ ਮੁਸਲਮਾਨ ਕਾਜੀ, ਰੱਬ ਦਾ ਬੰਦਾ ਸਾਈਂ ਲੋਕ ਸਲਾਰਦੀਨ ਨਾਮ ਦਾ ਕਾਜੀ ਪਹੁੰਚਿਆ। ਗੁਰੂ ਕੀਆਂ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦੀਆਂ, ਘਟਾਵਾਂ ਰੱਖਦੀਆਂ। ਸਤਿਗੁਰੂ ਸਾਹਿਬ ਜੀ ਸਭ ਨੂੰ, ਕਿਸੇ ਨੂੰ ਦੁੱਧ ਦੀ ਦਾਤ, ਕਿਸੇ ਨੂੰ ਪੁੱਤ ਦੀ ਦਾਤ, ਕਿਸੇ ਨੂੰ ਜ਼ਮੀਨਾਂ ਜਾਇਦਾਦਾਂ, ਜੋ ਜੋ ਵੀ ਗੁਰੂ ਕੀ ਸੰਗਤ ਮੰਗ ਕਰਦੀ, ਸਤਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਹਨ। ਐਸਾ ਕੌਤਕ ਵੇਖ ਕੇ ਕਾਜੀ ਸਲਾਰਦੀਨ ਦੇ ਮਨ ਦੇ ਵਿੱਚ ਸ਼ੰਕਾ ਆ ਗਿਆ ਕਿ ਮੈਂ ਤਾਂ ਹੁਣ ਤੱਕ ਇਸਲਾਮਿਕ ਕਿਤਾਬਾਂ ਦੇ ਵਿੱਚ, ਹੋਰ ਧਰਮ ਗ੍ਰੰਥਾਂ ਵਿੱਚ ਪੜ੍ਹਿਆ ਸੁਣਿਆ ਹੈ ਕਿ ਜੋ ਅਕਾਲ ਪੁਰਖ ਵਾਹਿਗੁਰੂ ਨੇ ਕਰਮ ਲਿਖ ਦਿੱਤੇ, ਮੱਥੇ ਦੇ ਲੇਖ ਲਿਖ ਦਿੱਤੇ, ਉਹਨਾਂ ਦੇ ਮੁਤਾਬਕ ਜੀਵ ਨੂੰ ਪ੍ਰਾਲਬਧ ਭੋਗਣੀ ਪੈਂਦੀ ਹੈ। ਕੋਈ ਉਹਨਾਂ ਕਰਮਾਂ ਨੂੰ ਮੇਟ ਨਹੀਂ ਸਕਦਾ। ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਰ ਰਹੇ ਆ ਕਿ ਇਹ ਸੰਗਤ ਤੋਂ ਭੇਟਾਵਾਂ ਲੈਣ ਵਾਸਤੇ ਲਾਲਚ ਵਸ ਹੋ ਕੇ ਇਹਨਾਂ ਨੂੰ ਅਸੀਸਾਂ ਬਖਸ਼ੀ ਜਾ ਰਹੇ ਆ। ਗੁਰੂ ਝੂਠਾ ਜਾਂ ਜੋ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਉਹ ਝੂਠ ਹੈ। ਸੋਚਦਾ ਕਿ ਜਦੋਂ ਸੰਗਤ ਚਲੇ ਗਈ ਸਵਾਲ ਕਰਾਂਗਾ। ਸੰਗਤ ਦੇ ਜਾਣ ਤੋਂ ਬਾਅਦ ਜਦੋਂ ਭੀੜ ਘਟੀ, ਸੰਗਤ ਦਾ ਇਕੱਠ ਕੁਝ ਘੱਟ ਹੋਇਆ ਤਾਂ ਬੇਨਤੀ ਕੀਤੀ, ਮਹਾਰਾਜ ਮੇਰੇ ਮਨ ਵਿੱਚ ਆਹ ਸ਼ੰਕਾ ਹੈ ਬਈ ਜੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਲੇਖ ਲਿਖ ਦਿੱਤੇ ਆ ਉਹ ਮਿਟਣੇ ਨਹੀਂ, ਤੇ ਤੁਸੀਂ ਕਿਵੇਂ ਫਿਰ ਲੋਕਾਂ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਨੂੰ ਆਸ਼ੀਰਵਾਦ ਦੇਈ ਜਾ ਰਹੇ ਹੋ? ਕੀ ਤੁਸੀਂ ਲਾਲਚ ਕਰਦੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਕਾਜੀ ਸਲਾਰਦੀਨ, ਤੇਰਾ ਸਵਾਲ ਬੜਾ ਯਥਾਰਥ ਹੈ। ਬਿਲਕੁਲ ਢੁਕਵਾਂ ਪ੍ਰਸ਼ਨ ਕੀਤਾ, ਔਰ ਹੈ ਵੀ ਸੱਚ ਕਿ ਜੋ ਖੁਦਾ ਨੇ, ਅੱਲਾਹ ਤਾਲਾ ਵਾਹਿਗੁਰੂ ਨੇ ਜੀਵ ਦੇ ਮੱਥੇ ਦੇ ਉੱਤੇ ਭਾਗ ਲੇਖ ਲਿਖ ਦਿੱਤੇ, ਉਹਨਾਂ ਦੇ ਮੁਤਾਬਕ ਹੀ ਉਹਨੂੰ ਕਰਮ ਫਲ ਦੀ ਪ੍ਰਾਪਤੀ ਹੁੰਦੀ ਆ। ਤੇ ਮਹਾਰਾਜ ਫਿਰ ਤੁਸੀਂ ਕਿਉਂ ਸੰਗਤਾਂ ਨੂੰ ਮੱਥੇ ਟਿਕਾਉਂਦੇ ਹੋ ਤੇ ਉਹਨਾਂ ਨੂੰ ਅਸੀਸਾਂ ਬਖਸ਼ ਰਹੇ ਹੋ? ਕਿਸੇ ਨੂੰ ਕਹਿੰਦੇ ਆ ਤੈਨੂੰ ਦੁੱਧ ਮਿਲ ਜਾਏ, ਕਿਸੇ ਨੂੰ ਪੁੱਤ ਮਿਲ ਜਾਏ, ਹੋਰ ਜਿਹੜਾ ਜੋ ਅਰਦਾਸ ਲੈ ਕੇ ਆਉਂਦਾ ਸਭ ਦੀ ਭਾਵਨਾ ਪੂਰੀ ਕਰੀ ਜਾਂਦੇ ਹੋ। ਕੀ ਇਹ ਝੂਠ ਹੈ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਾਜੀ ਸਾਹਿਬ ਇਉਂ ਨਹੀਂ ਸਮਝੋਗੇ, ਪ੍ਰੈਕਟੀਕਲ ਕਰਕੇ ਸਮਝਾਉਂਦੇ ਆ। ਸਤਿਗੁਰੂ ਸਾਹਿਬ ਜੀ ਨੇ ਮੋਹਰ ਠੱਪਾ ਮੰਗਾ ਲਿਆ, ਕਾਗਜ਼ ਮੰਗਾ ਲਿਆ, ਸ਼ਾਹੀ ਮੰਗਾ ਲਈ। ਕਹਿੰਦੇ ਕਾਜੀ ਸਾਹਿਬ ਆਹ ਮੋਹਰ ਦੇ ਉੱਤੇ ਕੀ ਲਿਖਿਆ, ਪੜ੍ਹ ਕੇ ਦੱਸੋ। ਹੁਣ ਮੋਹਰ ਦੇ ਉੱਤੇ ਆਪਾਂ ਨੂੰ ਪਤਾ ਵੀ ਅੱਖਰ ਪੁੱਠੇ ਹੁੰਦੇ ਆ। ਕਾਜੀ ਪੜ੍ਹ ਨਾ ਸਕਿਆ। ਕਹਿੰਦਾ ਮਹਾਰਾਜ ਇਹ ਪੁੱਠੇ ਅੱਖਰ ਹੈ, ਇਹ ਕਿਸ ਕੰਮ ਆਉਣਗੇ? ਪਤਾ ਨਹੀਂ ਇਹ ਕੀ ਲਿਖਿਆ, ਇਹਨਾਂ ਨਾਲ ਕਾਜ ਨਹੀਂ ਸਬਰਦਾ, ਪਤਾ ਨਹੀਂ ਲੱਗਦਾ। ਸਤਿਗੁਰੂ ਨੇ ਸ਼ਾਹੀ ਦੇ ਵਿੱਚ ਲਬੇੜ ਕੇ ਨਾ ਉਸ ਮੋਹਰ ਨੂੰ ਕਾਗਜ਼ ਦੇ ਉੱਤੇ ਲਾ ਦਿੱਤਾ। ਕਹਿੰਦੇ ਕਾਜੀ ਸਾਹਿਬ ਹੁਣ ਪੜ੍ਹੋ। ਪੜ੍ਹ ਕੇ ਸੁਣਾ ਦਿੱਤਾ। ਜਦ ਹੀ
ਮਹਾਰਾਜ ਆ ਲਿਖਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਾਜੀ ਸਾਹਿਬ ਸਮਝੇ ਕੁਝ? ਕਹਿੰਦਾ ਮਹਾਰਾਜ ਸਮਝਾਓ। ਵਾਹਿਗੁਰੂ ਪਰਮੇਸ਼ਰ ਜਦੋਂ ਜੀਵ ਨੂੰ ਸੰਸਾਰ ਵਿੱਚ ਭੇਜਦਾ, ਉਹਦੇ ਕੀਤੇ ਕਰਮਾਂ ਦੇ ਮੁਤਾਬਕ ਉਹਦੇ ਮੱਥੇ ਦੇ ਉੱਤੇ ਲੇਖ ਲਿਖ ਦਿੰਦਾ, ਅਤੇ ਜਿੰਨੇ ਉਹਨਾਂ ਦੇ ਕੋਈ ਮਾੜੇ ਕਰਮ ਪੁੱਠੇ ਕਰਮ ਹੁੰਦੇ ਆ ਨਾ, ਮੱਥੇ ਉੱਤੇ ਲਿਖੇ ਗਏ। ਜਦੋਂ ਗੁਰੂ ਕਾ ਸਿੱਖ ਆ ਗੁਰੂ ਨਾਨਕ ਦੇ ਦਰ ਦੇ ਉੱਤੇ ਸ਼ਰਧਾ ਭਾਵਨਾ ਦੇ ਨਾਲ ਆ ਕੇ ਮੱਥਾ ਲਾਉਂਦਾ ਨਾ, ਮੱਥਾ ਟੇਕਦਾ, ਨਤਮਸਤਕ ਹੁੰਦਾ, ਜਿਵੇਂ ਆ ਮੋਹਰ ਨੇ ਸਿਰ ਨੀਵਾਂ ਕੀਤਾ, ਕਾਗਜ਼ ਦੇ ਉੱਤੇ ਲੱਗੀ, ਇਹਦੇ ਅੱਖਰ ਸਿੱਧੇ ਹੋ ਗਏ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦੇ, ਜਗਿਆਸੂ ਦੇ, ਭਾਵਨਾ ਵਾਲੇ ਦੇ ਜੇ ਲੇਖ ਪੁੱਠੇ ਵੀ ਹੋਣ, ਮਾੜੇ ਕਰਮ ਵੀ ਹੋਣ, ਗੁਰੂ ਚਰਨਾਂ ਦੇ ਉੱਤੇ ਜਿਸ ਵੇਲੇ ਮੱਥਾ ਟੇਕਦਾ, ਉਸ ਵੇਲੇ ਸਾਧ ਸੰਗਤ ਜੀ ਉਹਦੇ ਲੇਖ ਸਿੱਧੇ ਹੋ ਜਾਂਦੇ ਆ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਕਾਜੀ ਸਾਹਿਬ ਦੇ ਮਨ ਦੀ ਸ਼ੰਕਾ ਦੂਰ ਹੋ ਗਈ। ਸਤਿਗੁਰੂ ਸਾਹਿਬ ਜੀ ਦੀ ਬਹੁਤ ਉਸਤਤ ਕੀਤੀ। ਸੋ ਆਓ, ਜਿਵੇਂ ਅੱਗੇ ਥੋੜ੍ਹਾ ਜਿਹਾ ਇਹ ਪ੍ਰਸੰਗ ਰਹਿ ਗਿਆ ਸੀ ਕੱਲ੍ਹ, ਇਹ ਅਤੇ ਇਸ ਤੋਂ ਅਗਲਾ ਪ੍ਰਸੰਗ ਜਿਵੇਂ ਆ ਰਿਹਾ, ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਝੁਕ ਝੁਕ ਕਰੈ ਸਲਾਮ ਅਗਾਰੀ। ਕਾਜੀ ਸਲਾਰਦੀਨ ਜਦੋਂ ਇਸ ਦੇ ਮਨ ਦਾ ਸ਼ੰਕਾ ਨਿਵਰਤ ਹੋ ਗਿਆ, ਝੁਕ ਝੁਕ ਕੇ ਨਿਵ ਨਿਵ ਕੇ ਸਤਿਗੁਰੂ ਸਾਹਿਬ ਜੀ ਨੂੰ ਬਾਰ-ਬਾਰ ਸਲਾਮ ਕਰਦਾ ਹੈ, ਬਾਰ-ਬਾਰ ਮੱਥਾ ਟੇਕਦਾ ਹੈ। ਗੁਰ ਤਾਰੀਫ ਬੁਲੰਦ ਉਚਾਰੀ। ਸਤਿਗੁਰੂ ਸਾਹਿਬ ਜੀ ਦੀ ਤਾਰੀਫ, ਸਤਿਗੁਰੂ ਜੀ ਦੀ ਵਡਿਆਈ, ਮਹਿਮਾ, ਉਸਤਤ ਬੁਲੰਦ ਹੀ, ਬਹੁਤ ਮਹਾਨ ਤੋਂ ਮਹਾਨ ਇਹਨੇ ਬਾਰ-ਬਾਰ ਉਸਤਤ ਕੀਤੀ। ਪ੍ਰਭ ਜੀ ਸੰਸੇ ਭਇਓ ਵਿਨਾਸ਼। ਹੇ ਮਹਾਰਾਜ ਪਰਮੇਸ਼ਰ ਸਰੂਪ ਗੁਰੂ ਗੋਬਿੰਦ ਸਿੰਘ ਜੀਓ, ਮੇਰੇ ਮਨ ਦਾ ਜਿਹੜਾ ਸ਼ੰਕਾ ਸੀ ਉਹ ਇਸ ਵੇਲੇ ਵਿਨਾਸ਼ ਹੋ ਗਿਆ, ਖਤਮ ਹੋ ਗਿਆ ਹੈ। ਵਾਹ ਵਾਹ ਬੜ ਬੁੱਧ ਪ੍ਰਕਾਸ਼। ਆਪ ਜੀ ਵਾਹ ਵਾਹ ਹੋ, ਧੰਨਤਾ ਦੇ ਯੋਗ ਹੋ, ਅਚਰਜ ਹੋ, ਬੜੀ ਵੱਡੀ ਆਪ ਦੀ ਪ੍ਰਕਾਸ਼ਵਾਨ ਬੁੱਧੀ ਹੈ, ਅਤੇ ਆਪ ਜੀ ਨੇ ਮੇਰੇ ਮਨ ਦਾ ਜਿਹੜਾ ਸ਼ੰਕਾ ਇਹ ਦੂਰ ਕਰਕੇ ਗਿਆਨ ਪ੍ਰਕਾਸ਼ ਚਾਨਣਾ ਬਖਸ਼ਿਆ ਹੈ। ਐਨ ਖੁਦਾਏ ਅਬਲ ਗੁਰ ਆਮਦੈ। ਉਸ ਵੇਲੇ ਕਾਜੀ ਨੇ ਫਾਰਸੀ ਦੇ ਵਿੱਚ ਸਾਧ ਸੰਗਤ ਜੀ ਇਹ ਬਚਨ ਉਚਾਰਨ ਕੀਤੇ। ਕਹਿੰਦਾ ਐਨ ਖੁਦਾਏ ਅਬਲ ਗੁਰ ਆਮਦ ਹੈ। ਕਹਿੰਦਾ ਅਬਲ, ਜਦੋਂ ਪਹਿਲੇ ਮੈਂ ਆਇਆ ਸੀ ਨਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ, ਜਦੋਂ ਮੈਂ ਪਹੁੰਚਿਆ ਹੀ ਹੈ, ਅਤੇ ਮੈਂ ਕੀ ਡਿੱਠਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਐਨ ਖੁਦਾਏ, ਐਨ ਖੁਦਾ ਦਾ ਹੀ ਰੂਪ ਹੈ, ਪ੍ਰਤੱਖ ਪਰਮੇਸ਼ਰ ਹੀ ਹਨ। ਔਰ ਇਸ ਪ੍ਰਕਾਰ ਗੁਰ ਆਮਦ ਹੈ। ਜਦੋਂ ਮੈਂ ਗੁਰੂ ਦੇ ਚਰਨਾਂ ਵਿੱਚ ਆਮਦ ਕੀਤੀ, ਮੈਂ ਪਹੁੰਚਿਆ, ਉਸ ਵੇਲੇ ਮੈਨੂੰ ਇਹ ਖੁਦਾ ਪ੍ਰਤੀਤ ਹੋਏ ਹਨ। ਕਦਮ ਵਿਸਰਤ ਬੰਦੈ ਜਹਾਨ ਪਾਰ ਕਰ ਦਮੈ। ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਦਮਾਂ ਨੂੰ, ਚਰਨਾਂ ਨੂੰ ਪਰਸਦਾ ਹੈ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਐਸੀ ਸ਼ਕਤੀ ਹੈ, ਜਿਹੜਾ ਕੋਈ ਬੰਦਨਾ ਕਰਦਾ, ਆ ਕੇ ਮੱਥਾ ਟੇਕਦਾ, ਜਹਾਨ ਪਾਰ ਕਰ ਦਮੈ। ਉਹ ਉਸ ਜੀਵ ਨੂੰ ਸਤਿਗੁਰੂ ਜੀ ਦੇ ਚਰਨ ਜਹਾਨ ਤੋਂ ਪਾਰ ਕਰ ਦਿੰਦੇ ਹੈ, ਸੰਸਾਰ ਤੋਂ ਪਾਰ ਉਤਾਰ ਦਿੰਦੇ ਹਨ, ਮੁਕਤ ਕਰ ਦਿੰਦੇ ਹਨ। ਚੌਪਈ ਅਸ ਸੰਸੈ ਸੋ ਤਸੱਲੀ ਹੋਨ। ਜਦੋਂ ਉਹਦਾ ਸੰਸਾ ਖਤਮ ਹੋ ਗਿਆ, ਮਨ ਦੀ ਤਸੱਲੀ ਹੋ ਗਈ ਕਾਜੀ ਦੀ। ਅਸ ਉੱਤਰ ਦੇ ਸਕ ਹੈ ਕੌਣ। ਮਨ ਵਿੱਚ ਸੋਚਦਾ ਹੈ ਵੀ ਇਹੋ ਜਿਹਾ ਉੱਤਰ ਕਲਗੀਧਰ ਦਸ਼ਮੇਸ਼ ਪਿਤਾ ਜੀ ਵਰਗਾ ਯਥਾਰਥ ਹੋਰ ਕੌਣ ਦੇ ਸਕਦਾ ਹੈ। ਤੁਮ ਬਿਨ ਸਮਤ ਹੈ ਕੋ ਐਸੇ। ਇਹ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਵਰਗੀ ਸ਼ੁਭ ਮਤ ਕੌਣ ਧਾਰਨ ਕਰ ਸਕਦਾ ਹੈ, ਕਿਸ ਦੀ ਬੁੱਧੀ ਐਸੀ ਚਤੁਰ ਹੈ। ਆਪ ਦਿਖਾਏ ਕਹਿਓ ਸ਼ੁਭ ਜੈਸੇ। ਜਿਵੇਂ ਮਹਾਰਾਜ ਆਪ ਜੀ ਨੇ ਪ੍ਰਤੱਖ ਦਿਖਾ ਕੇ ਮੈਨੂੰ ਆ ਉਦਾਹਰਣ ਦੇ ਕੇ, ਮੋਹਰ ਦਿਖਾ ਕੇ ਮੇਰੇ ਮਨ ਦਾ ਸ਼ੰਕਾ ਦੂਰ ਕੀਤਾ, ਸ਼ੁਭ ਵਚਨ ਕੀਤੇ ਹਨ। ਗੁਣ ਸਾਦਰ ਬੈਠਾਇਓ ਕਾਜੀ। ਸਤਿਗੁਰੂ ਸਾਹਿਬ ਜੀ ਨੇ ਇਸ ਕਾਜੀ ਨੂੰ ਬੜੇ ਆਦਰ ਸਤਿਕਾਰ ਦੇ ਸਹਿਤ ਕੋਲ ਬਿਠਾ ਲਿਆ। ਸੁਨ ਉੱਤਰ ਜੋ ਅਤਿਸ਼ੈ ਰਾਜੀ। ਜਿਹੜਾ ਕਾਜੀ ਸਤਿਗੁਰੂ ਸਾਹਿਬ ਜੀ ਦਾ ਉੱਤਰ ਸੁਣ ਕੇ ਵਿਸ਼ੇਸ਼ ਕਰਕੇ ਬੜਾ ਰਾਜੀ, ਬੜਾ ਖੁਸ਼ ਹੋਇਆ ਹੈ। ਅਪਰ ਸੰਵਾਦ ਕਰਿਓ ਸੁਖ ਪਾਏ। ਸਤਿਗੁਰੂ ਸਾਹਿਬ ਜੀ ਨੇ ਹੋਰ ਸੰਵਾਦ ਵਾਰਤਾਲਾਪ ਇਹਦੇ ਨਾਲ ਕੀਤਾ, ਗੱਲਾਂ ਬਾਤਾਂ ਵਿਚਾਰਾਂ ਦਾ ਵਟਾਂਦਰਾ ਹੋਇਆ, ਬੜਾ ਇਸ ਕਾਜੀ ਨੇ ਸੁਖ ਪ੍ਰਾਪਤ ਕੀਤਾ। ਦਰਸ਼ਨ ਦੇ ਸੰਗਤ ਸਮੁਦਾਏ। ਸਤਿਗੁਰੂ ਸਾਹਿਬ ਜੀ ਨੇ ਇਉਂ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ। ਪੂਰਨ ਕੀਨ ਕਾਮਨਾ ਮਨ ਕੀ। ਜੋ ਜੋ ਵੀ ਮਨ ਦੀਆਂ ਕਾਮਨਾਵਾਂ ਇਛਾਵਾਂ ਸਨ, ਸਭ ਦੀਆਂ ਸਤਿਗੁਰੂ ਨੇ ਪੂਰੀਆਂ ਕੀਤੀਆਂ। ਸੁਤ ਬਿਦ ਸੁਖ ਕੀ ਲਾਲਸ ਤਿਨ ਕੀ। ਜਿਨ੍ਹਾਂ ਦੀ ਕਿਸੇ ਦੀ ਸੁੱਤ ਪੁੱਤਰ ਦੀ ਇੱਛਾ ਸੀ, ਕਿਸੇ ਨੂੰ ਸਾਧ ਸੰਗਤ ਜੀ ਵਿੱਤ ਧਨ ਦੀ ਇੱਛਾ, ਕਿਸੇ ਨੂੰ ਸੁੱਖਾਂ ਦੀ ਲਾਲਸਾ ਸੀ,
ਸਾਰਿਆਂ ਦੀਆਂ ਭਾਵਨਾਵਾਂ ਪੂਰੀਆਂ ਕਰ ਦਿੱਤੀਆਂ ਗੁਰੂ ਸਾਹਿਬ ਨੇ। ਬਹੁਰੋ ਉਠੇ ਚਲੇ ਸ਼ੁਭ ਮੰਦਰ। ਫਿਰ ਸਤਿਗੁਰੂ ਸਾਹਿਬ ਮਹਾਰਾਜ ਆਪਣੇ ਸਿੰਘਾਸਣ ਤੋਂ ਉੱਠੇ ਤੇ ਆਪਣਾ ਜਿਹੜਾ ਨਿਵਾਸ ਸਥਾਨ ਹੈ ਉਸ ਪਾਸੇ ਚਲੇ ਗਏ। ਜੈ ਇਕਾਤ ਬੈਠਨ ਥਲ ਸੁੰਦਰ। ਜਿੱਥੇ ਇਕਾਂਤ ਜਗ੍ਹਾ ਹੈ ਤੇ ਬੜੀ ਸੁੰਦਰ ਧਰਤੀ ਹੈ, ਬੜਾ ਸੁਹਾਵਣਾ ਵਾਤਾਵਰਣ ਹੈ। ਸਕਲ ਖਾਲਸਾ ਬੰਦਨ ਕਰ ਕਰ। ਸਾਰਾ ਖਾਲਸਾ ਜਿਹੜਾ ਸਤਿਗੁਰੂ ਸਾਹਿਬ ਜੀ ਨੂੰ ਬੰਦਨਾ ਕਰਕੇ ਮੱਥਾ ਟੇਕ ਟੇਕ ਕੇ ਪ੍ਰਭ ਦਰਸ਼ਨ ਤੇ ਖੁਦ ਬੋ ਧਰ ਧਰ। ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਮੁੱਧ ਬਹੁ ਧਰ ਕਰ ਬੜੀ ਖੁਸ਼ੀ ਗੁਰੂ ਕੇ ਸਿੱਖ ਧਾਰਨ ਕਰਦੇ ਹਨ। ਨਿਜ ਨਿਜ ਥਾਨ ਪਹੁੰਚਤੇ ਭਏ। ਸਾਰੇ ਆਪੋ ਆਪਣੇ ਟਿਕਾਣਿਆਂ ਦੇ ਉੱਤੇ ਪਹੁੰਚਦੇ ਭਏ। ਕਰਤ ਸੁਜਸ ਗੁਰ ਸੁਖ ਬਹੁ ਲਏ। ਸਤਿਗੁਰੂ ਸਾਹਿਬ ਜੀ ਦਾ ਸੋਹਣਾ ਜਸ ਕਰਦੇ ਹੋਏ ਸਭ ਨੇ ਬਹੁਤ ਸੁਖ ਪ੍ਰਾਪਤ ਕੀਤਾ। ਖਾਨ ਬਾਨ ਕਰ ਕਰ ਮਨ ਭਾਏ। ਇਉਂ ਸਾਰਿਆਂ ਨੇ ਆਪਣੇ ਮਨ ਭਾਉਂਦਾ ਭੋਜਨ ਪ੍ਰਸ਼ਾਦਾ ਛਕਿਆ। ਰੁਚਰ ਪ੍ਰਯੰਕ ਪ੍ਰਭੂ ਸੁਪਤਾ ਸਰਪਤਾਏ। ਇੱਧਰ ਸਤਿਗੁਰੂ ਸਾਹਿਬ ਜੀ ਭੋਜਨ ਪ੍ਰਸ਼ਾਦਾ ਛਕ ਕੇ ਬੜੀ ਰੁਚੀ ਦੇ ਸਹਿਤ ਆਪਣੇ ਪਲੰਘ ਦੇ ਉੱਤੇ ਵਿਰਾਜਮਾਨ ਹੋਏ। ਜਾਮ ਜਾਮਨੀ ਜਾਗਨ ਧਰੇ। ਜਦੋਂ ਸਤਿਗੁਰੂ ਸਾਹਿਬ ਜੀ ਸੁਖਾਸਨ ਹੋਏ, ਸਵੇਰ ਦਾ ਵੇਲਾ ਹੋਇਆ, ਇੱਕ ਪਹਿਰ ਰਾਤ ਰਹਿੰਦੀ ਹੈ, ਸਤਿਗੁਰੂ ਜੀ ਜਾਗ ਪਏ। ਸੋਚ ਇਸ਼ਨਾਨ ਸਕਲ ਵਿਦ ਕਰੇ। ਸਤਿਗੁਰੂ ਜੀ ਨੇ ਸ਼ੌਚਾਚਾਰ ਕੀਤਾ, ਤਨ ਨੂੰ ਪਵਿੱਤਰ ਕੀਤਾ, ਇਸ਼ਨਾਨ ਵਗੈਰਾ ਸਾਰੀ ਵਿਧੀ ਕੀਤੀ। ਦੋਹਰਾ ਭਈ ਬਰਾਤ ਸਤਿਗੁਰ ਤਬੈ। ਜਦੋਂ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋਇਆ, ਸਵੇਰ ਦਾ ਸਮਾਂ ਹੋਇਆ, ਸ਼ਸਤਰ ਬਸਤਰ ਕੋ ਪਾਏ। ਸਤਿਗੁਰੂ ਸਾਹਿਬ ਜੀ ਨੇ ਸ਼ਸਤਰਾਂ ਅਤੇ ਵਸਤਰਾਂ ਨੂੰ ਪਹਿਨਣਾ ਕੀਤਾ। ਅਲੰਕਾਰ ਦੀਪਕ ਰਤਨ। ਜਿਵੇਂ ਸਾਧ ਸੰਗਤ ਜੀ ਬਹੁਤ ਸੁੰਦਰ ਗਹਿਣੇ ਔਰ ਬੜੇ ਜਿਹੜੇ ਸੁੰਦਰ ਰਤਨ ਹੈ ਉਹਨਾਂ ਦੀ ਸ਼ੋਭਾ ਹੋ ਰਹੀ ਹੈ। ਸੁੰਦਰ ਰੂਪ ਸੁਹਾਏ। ਇਉਂ ਗਹਿਣਿਆਂ ਦੀ ਸ਼ੋਭਾ ਦੇ ਨਾਲ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਸਰੂਪ ਹੋਰ ਵੀ ਸ਼ੋਭਾ ਵਾਲਾ ਹੋ ਰਿਹਾ ਹੈ। ਚੌਪਈ ਸਭਾ ਸਥਾਨ ਆਨ ਗੁਰ ਪੂਰੇ। ਫਿਰ ਸਤਿਗੁਰੂ ਸਾਹਿਬ ਜੀ ਸਭਾ ਵਾਲੇ ਦਰਬਾਰ ਵਾਲੇ ਸਥਾਨ ਉੱਤੇ ਪਹੁੰਚ ਗਏ। ਸੁਨ ਕਰ ਪਹੁੰਚੇ ਸਿੰਘ ਹਜੂਰੇ। ਸਤਿਗੁਰੂ ਸਾਹਿਬ ਜੀ ਦਾ ਆਉਣਾ ਸੁਣ ਕੇ ਸਾਰੇ ਸਿੰਘ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਹਾਜ਼ਰ ਹੋਏ। ਸਿਰ ਨਮਰੀ ਕਰ ਦਰਸ਼ਨ ਚਿਤੇ। ਸਾਰਿਆਂ ਨੇ ਸਤਿਗੁਰੂ ਜੀ ਨੂੰ ਸੀਸ ਨਵਾ ਕੇ ਦਰਸ਼ਨ ਕੀਤੇ। ਵਾਹਿਗੁਰੂ ਜੀ ਕੀ ਕਹਿ ਫਤਿਹ। ਸਾਰਿਆਂ ਨੇ ਸਤਿਗੁਰੂ ਸਾਹਿਬ ਜੀ ਨੂੰ ਆ ਕੇ ਫਤਿਹ ਬੁਲਾਈ, ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲਗਿਓ ਦੀਵਾਨ ਖਾਲਸਾ ਆਇਓ। ਦੀਵਾਨ ਸਜ ਗਿਆ, ਸਾਰਾ ਖਾਲਸਾ ਪਹੁੰਚ ਗਿਆ। ਸੁਰਗਨ ਮੈਂ ਜਿਮ ਇੰਦਰ ਸੁਹਾਇਓ। ਜਿਵੇਂ ਸਾਧ ਸੰਗਤ ਜੀ ਦੇਵਤਿਆਂ ਦੇ ਵਿੱਚ ਬੈਠਾ ਇੰਦਰ ਸ਼ੋਭਾ ਪਾਉਂਦਾ ਹੈ। ਜੋ ਸੰਗਤ ਦਰਸ਼ਨ ਹਿਤੇ ਆਈ। ਇਉਂ ਸਤਿਗੁਰੂ ਜੀ ਗੁਰੂ ਕੇ ਖਾਲਸਿਆਂ ਦੇ ਵਿੱਚ ਬੈਠੇ ਸ਼ੋਭਾ ਪਾ ਰਹੇ ਹਨ, ਜਿਹੜੀ ਸੰਗਤ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਕਰ ਕਰ ਨਮੋ ਤੇਰੇ ਸਮੁਦਾਈ। ਸਾਰੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਟੇਕ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਸਥਿਰ ਹੋ ਕੇ ਬੈਠ ਗਏ। ਇਕ ਟਕ ਹੇਰਤ ਹੈ ਨਰ ਨਾਰੀ। ਜਿੰਨੇ ਵੀ ਨਰ ਨਾਰੀ ਇਸਤਰੀ ਮਰਦ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਇੱਕ ਟੱਕ ਸਤਿਗੁਰੂ ਜੀ ਵੱਲ ਦੇਖ ਰਹੇ ਹਨ। ਸਿਰ ਪਰ ਟੁਰੈ ਚੌਰ ਬਹੁ ਭਾਰੀ। ਸਤਿਗੁਰੂ ਸਾਹਿਬ ਜੀ ਦੇ ਸੀਸ ਦੇ ਉੱਤੇ ਬਹੁਤ ਸੁੰਦਰ ਚੌਰ ਬਾਰ-ਬਾਰ ਸ਼ੋਭਾ ਪਾ ਰਿਹਾ ਹੈ। ਚੌਂਦਿਸ਼ ਦੂਰ ਦੂਰ ਲਗ ਬੈਸੇ। ਇਸ ਪ੍ਰਕਾਰ ਚੌ ਤਰਫ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੂਰ ਦੂਰ ਤੱਕ ਸੰਗਤ ਬਹਿ ਗਈ। ਉੱਚੇ ਧੁਨ ਬੋਲੇ ਪ੍ਰਭ ਐਸੇ। ਸੰਗਤ ਨੂੰ ਬੈਠਿਆਂ ਵੇਖ ਕੇ ਸਤਿਗੁਰੂ ਸਾਹਿਬ ਜੀ ਉੱਚੀ ਆਵਾਜ਼ ਵਿੱਚ ਇਉਂ ਬੋਲੇ। ਅਸ ਇਸਤਰੀ ਕੋ ਸੰਗਤ ਮਾਹੀ। ਕਹਿਣ ਲੱਗੇ ਭਾਈ ਸੰਗਤ ਦੇ ਵਿੱਚ ਕੋਈ ਐਸੀ ਇਸਤਰੀ ਹੈ ਮਰਦ ਨਹੀਂ ਫਟਕਾਰਿਓ ਜਾਹੀ। ਜਿਸ ਨੇ ਕਦੇ ਕਿਸੇ ਮਰਦ ਨੂੰ ਫਿੱਟੇ ਮੂੰਹ ਨਹੀਂ ਕਿਹਾ, ਲਾਹਣਤ ਨਹੀਂ ਪਾਈ, ਮਰਦ ਦਾ ਮੂੰਹ ਨਹੀਂ ਫਟਕਾਰਿਆ। ਛੋਟਾ ਵੱਡਾ ਹੋਏ ਵੈ ਕੋਈ। ਉਹ ਮਰਦ ਭਾਵੇਂ ਕੋਈ ਛੋਟਾ ਹੋਵੇ ਬੱਚਾ ਤੇ ਚਾਹੇ ਕੋਈ ਵੱਡਾ ਬਜ਼ੁਰਗ ਤੱਕ ਹੋਵੇ, ਕਿਸੇ ਵੀ ਉਮਰ ਦਾ ਹੋਵੇ। ਹਿਰਦੈ ਸਮਤਰ ਕਹਿਓ ਨ ਜੋਈ। ਜਿਸ ਇਸਤਰੀ ਨੇ ਆਪਣੇ ਹਿਰਦੇ ਵਿੱਚ ਸ਼ੁਭ ਮਤ ਨੂੰ ਧਾਰਨ ਕਰਕੇ ਕਦੇ ਕੋਈ ਮਾੜਾ ਵਚਨ ਨਹੀਂ ਕੀਤਾ। ਸੰਗਤ ਵਿਖੈ ਸਿੱਖਣੀ ਜੇਤੀ। ਸੰਗਤ ਵਿੱਚ ਜਿੰਨੀਆਂ ਸਿੱਖਣੀਆਂ ਬੈਠੀਆਂ ਸਨ। ਗੁਰੂ ਬਾਪ ਤੁਨ ਦੂਸ਼ਣ ਤੇਤੀ। ਸਤਿਗੁਰੂ ਸਾਹਿਬ ਜੀ ਦਾ ਵਚਨ ਸੁਣ ਕੇ ਸਭ ਚੁੱਪ ਹੋ ਗਈਆਂ। ਕਰ ਜੋਰੇ ਇੱਕ ਸਿੱਖ ਕੀ ਤਨੀਆ। ਇੰਨੀ ਦੇਰ ਨੂੰ ਇੱਕ ਸਿੱਖ ਦੀ ਪੁੱਤਰੀ ਨੇ ਹੱਥ ਜੋੜੇ। ਹਰੀ ਹੋਏ ਸਭ ਮੈਂ ਬਚਪਨੀਆ। ਸਾਰਿਆਂ ਦੇ ਵਿੱਚ ਸੰਗਤ ਵਿੱਚ ਖੜੀ ਹੋ ਕੇ ਇਉਂ ਵਚਨ ਆਖਿਆ। ਸੱਚੇ ਪਾਤਸ਼ਾਹ ਮੈਂ ਦੀਨ। ਹੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਦੀਨ ਹਾਂ, ਨਿਮਾਣੀ ਹਾਂ। ਮਰਦ ਨ ਕਫਟ ਕਾਰਨ ਕੀਨ। ਮਹਾਰਾਜ ਸੱਚੇ ਪਾਤਸ਼ਾਹ
ਆਪ ਜੀ ਦੇ ਵਚਨ ਦੇ ਮੁਤਾਬਕ ਮੈਂ ਕਦੇ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਕਦੇ ਕਿਸੇ ਨੂੰ ਫਿੱਟ ਲਾਹਣਤ ਨਹੀਂ ਕਹੀ। ਆਪਣਾ ਪੁੱਤਰ ਨਾ ਝਿਰਕਿਓ ਕਬਹੀ। ਇੱਥੋਂ ਤੱਕ ਮਹਾਰਾਜ ਪਤੀ ਨੂੰ ਤਾਂ ਕੀ ਕਹਿਣਾ ਸੀ, ਮੈਂ ਤਾਂ ਕਦੇ ਆਪਣੇ ਪੁੱਤਰ ਤੱਕ ਨੂੰ ਵੀ ਝਿੜਕਿਆ ਨਹੀਂ। ਜਾਤ ਮਰਦ ਕੀ ਲਖ ਬੜ ਸਭ ਹੀ। ਕਿਉਂਕਿ ਮਹਾਰਾਜ ਮੈਂ ਜਾਣਦੀ ਆ ਵੀ ਮਰਦ ਜਾਤ ਹੈ ਜਿਹੜੀ ਇਹ ਬਹੁਤ ਵੱਡੀ ਹੈ, ਸੋ ਐਵੇਂ ਮੈਂ ਜਾਣਿਆ ਕਿ ਮਰਦ ਜਾਤ ਜਿਹੜੀ ਇਹ ਉੱਤਮ ਹੈ। ਤਬ ਕਲਗੀਧਰ ਬਾਖ ਬਖਾਨੇ। ਉਸ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਨੇ ਬਚਨ ਆਖੇ, ਸਾਧ ਸਾਧ ਤੋ ਜੇ ਇਮ ਜਾਣੇ। ਕਹਿਣ ਲੱਗੇ ਸਾਧ ਸਾਧ, ਸ਼ਾਬਾਸ਼ ਪੁੱਤਰੀ ਸ਼ਾਬਾਸ਼, ਜੇ ਤੂੰ ਇਉਂ ਜਾਣਦੀ ਹੈ। ਕਹੂ ਜੇ ਸਿਖ ਸੰਗਤ ਇਨ ਚੀਤ। ਫਿਰ ਵੀ ਜਿਹੜਾ ਇਹਨਾਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਸਵਾਲ ਹੈ, ਸਭ ਕੋ ਹੋਏ ਕਿਸ ਰੀਤ ਪ੍ਰਤੀਤ। ਇਹਨਾਂ ਨੂੰ ਕਿਸ ਰੀਤੀ ਦੇ ਨਾਲ, ਕਿਸ ਤਰੀਕੇ ਨਾਲ ਪ੍ਰਤੀਤੀ ਵਿਸ਼ਵਾਸ ਆਵੇ। ਭਾਗਣ ਨਾਮ ਦਰਿਆ ਤਬ ਕਹਿਓ। ਉਸ ਵੇਲੇ ਭਾਗਣ ਨਾਮ ਦੀ ਜਿਹੜੀ ਇਹ ਸਿੱਖ ਬੱਚੀ ਸੀ ਉਹਨੇ ਆਖਿਆ, ਮਹਾਰਾਜ ਸੁਣੀਐ ਜਿਮ ਚਾਹਿਓ। ਇਹ ਮਹਾਰਾਜ ਜੇ ਆਪ ਜੀ ਜਿਵੇਂ ਸੁਣਨਾ ਚਾਹੁੰਦੇ ਆ ਤਾਂ ਮੈਂ ਦੱਸਦੀ ਆ, ਸੁਣੋ ਜੀ। ਬਸੇ ਆਗਰੇ ਨਗਰ ਮਹਾਨ। ਇਹ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਆਗਰੇ ਜਿਹੜਾ ਮਹਾਨ ਹੀ ਨਗਰ ਵੱਡਾ ਸ਼ਹਿਰ ਹੈ ਉਹਦੇ ਵਿੱਚ ਵਸਦੇ ਸਾਂ। ਬਾਦਸ਼ਾਹ ਮਾਂ ਪਿਤਾ ਦੀਵਾਨ। ਤੇ ਮਹਾਰਾਜ ਮੇਰਾ ਪਿਤਾ ਜਿਹੜਾ ਸੀ ਨਾ ਉਹ ਬਾਦਸ਼ਾਹ ਦਾ ਦੀਵਾਨ ਸੀ। ਸਭ ਪਰ ਹੁਕਮ ਦਰਬ ਕੋ ਆਵੇ। ਸਾਰਿਆਂ ਦੇ ਉੱਤੇ ਹੁਕਮ ਚੱਲਦਾ ਸੀ ਮੇਰੇ ਪਿਤਾ ਦਾ ਦੀਵਾਨ ਹੋਣ ਕਰਕੇ, ਤੇ ਇਉਂ ਬਹੁਤ ਸਾਰਾ ਜਿਹੜਾ ਧਨ ਘਰ ਦੇ ਵਿੱਚ ਸਾਡੇ ਆਉਂਦਾ ਸੀ। ਸਰਬਕਾਰ ਸਰਕਾਰ ਚਲਾਵੇ। ਔਰ ਬੜੀ ਇਮਾਨਦਾਰੀ ਦੇ ਨਾਲ ਮੇਰਾ ਪਿਤਾ ਸਾਰੇ ਜਿਹੜੇ ਸਰਕਾਰੀ ਕਾਰ ਵਿਹਾਰ ਸਨ, ਆਪਣੀ ਨੌਕਰੀ ਸੀ ਉਹ ਕਰਦਾ ਸੀ। ਚਰਮ ਕਾਲ ਕਾਰਜ ਕਰਿਓ। ਇਉਂ ਬਹੁਤ ਲੰਮੇ ਸਮੇਂ ਤੱਕ ਮੇਰੇ ਪਿਤਾ ਨੇ ਦੀਵਾਨ ਦੇ ਰੂਪ ਵਿੱਚ ਆਗਰੇ ਬਾਦਸ਼ਾਹ ਦੇ ਕੋਲ ਨੌਕਰੀ ਕੀਤੀ। ਸਮਾ ਪੂਜਿਓ ਮੇਰੋ ਪਿਤ ਮਰਿਓ। ਜਦੋਂ ਸਮਾਂ ਪੁੱਜ ਗਿਆ ਮੇਰੇ ਪਿਤਾ ਦੀ ਉਮਰ ਬਤੀਤ ਹੋ ਗਈ ਤਾਂ ਉਸ ਦੀ ਮੌਤ ਹੋ ਗਈ। ਬਾਦਸ਼ਾਹ ਨੇ ਜਬ ਹੀ ਸੁਨਿਓ। ਜਦੋਂ ਮਹਾਰਾਜ ਬਾਦਸ਼ਾਹ ਨੇ ਆਗਰੇ ਦੇ ਨੇ ਮੇਰੇ ਪਿਤਾ ਦੀ ਮੌਤ ਬਾਰੇ ਸੁਣਿਆ, ਨਿਜ ਲੋਕਨ ਸੋ ਤਤਸ਼ਨ ਭਨਿਓ। ਉਸ ਵੇਲੇ ਆਪਣੇ ਜਿਹੜੇ ਉਹਦੇ ਖਾਸ ਵਫਾਦਾਰ ਲੋਕ ਸਨ ਉਹਨਾਂ ਨੂੰ ਜਲਦੀ ਨਾਲ ਕਹਿਣ ਲੱਗਾ, ਚੌਂਕੀ ਦਿਓ ਬਿਠਾਏ ਤਿਸ ਦੁਆਰੇ। ਕਹਿਣ ਲੱਗਾ ਵੀ ਜਿਹੜਾ ਮੇਰਾ ਦੀਵਾਨ ਮਰ ਚੁੱਕਿਆ ਹੈ, ਉਹਦੀ ਮੌਤ ਹੋ ਚੁੱਕੀ ਹੈ, ਉਹਦੇ ਦੁਆਰੇ ਉੱਤੇ, ਉਹਦੇ ਦਰਵਾਜ਼ੇ, ਉਹਦੇ ਬੂਹੇ ਅੱਗੇ ਚੌਂਕੀ ਬਿਠਾ ਦਿਓ, ਪਹਿਰਾ ਲਾ ਦਿਓ। ਵਸਤ ਸੰਭਾਰੋ ਭੇਰੋ ਤਾਰੇ। ਔਰ ਜਿੰਨੀ ਉਹਦੇ ਘਰ ਦੀ ਵਸਤੂ ਹੈ, ਸਾਜੋ ਸਮਾਨ ਆ, ਉਹ ਸੰਭਾਲ ਲਓ, ਦਰਵਾਜ਼ੇ ਬੰਦ ਕਰਕੇ ਤਾਲੇ ਲਾ ਦਿਓ। ਤਿਸਕੇ ਪੁੱਤਰ ਹੋਏ ਜੇ ਕੋਈ। ਫਿਰ ਉਸ ਤੋਂ ਬਾਅਦ ਪਤਾ ਕਰਿਓ ਵੀ ਜੇ ਉਸ ਦੀਵਾਨ ਦਾ ਕੋਈ ਪੁੱਤਰ ਹੋਵੇ, ਹੋਏ ਟਿਕ ਜਾਏ ਆਨਿਓ ਸੋਈ। ਉਹਨੂੰ ਮੇਰੇ ਕੋਲ ਤੁਸੀਂ ਲੈ ਕੇ ਆਉਣਾ ਹੈ। ਪੂਰਨ ਸ਼ਾਹ ਸਿਪਾਹੀ ਆਏ। ਉਸ ਵੇਲੇ ਸਾਧ ਸੰਗਤ ਜੀ ਜਲਦੀ ਦੇ ਨਾਲ ਬਾਦਸ਼ਾਹ ਦਾ ਬਚਨ ਹੁਕਮ ਮੰਨ ਕੇ ਸਿਪਾਹੀ ਪਹੁੰਚੇ। ਸਭ ਦਵਾਰਨ ਤਾਰ ਪਿਰਵਾਏ। ਸਾਰੇ ਦਰਵਾਜ਼ੇ ਜਿਹੜੇ ਸਨ ਉਹ ਬੰਦ ਕਰ ਦਿੱਤੇ ਘਰ ਦੇ। ਹਮਰੇ ਨਰ ਹਟਾਏ ਸਮੁਦਾਈ। ਹੋਰ ਜਿਹੜੇ ਸਾਡੇ ਕੋਈ ਰਿਸ਼ਤੇਦਾਰ ਮਨੁੱਖ ਸਨ ਉਹ ਸਾਰੇ ਪਾਸੇ ਹਟਾ ਦਿੱਤੇ। ਚੌਂਕੀ ਕਰਤਾ ਗੀਤ ਬਿਠਾਈ। ਉਸ ਵੇਲੇ ਤੱਦੀ ਕਰਕੇ ਪੱਕੀ ਗੱਲ ਕਰਕੇ ਚੌਂਕੀ ਪਹਿਰਾ ਬਿਠਾ ਦਿੱਤਾ। ਬੂਝ ਵਾਰਤਾ ਹਮ ਤੇ ਸਾਰੀ। ਉਸ ਵੇਲੇ ਸਾਡੇ ਤੋਂ ਸਾਰੀ ਵਾਰਤਾ ਗੱਲਬਾਤ ਪੁੱਛੀ ਆ ਕੇ। ਜਾਏ ਸ਼ਾਹ ਕੇ ਪਾਸ ਉਚਾਰੀ। ਔਰ ਜੋ ਸਾਡੇ ਤੋਂ ਸੁਣਿਆ ਜਾ ਕੇ ਬਾਦਸ਼ਾਹ ਕੋਲੇ ਦੱਸ ਦਿੱਤਾ ਬੋਲ ਕੇ। ਸ਼ਬਦ ਸੁਤਾ ਤਿਸਕੇ ਘਰ ਮਾਹੀ। ਜਾ ਕੇ ਕੀ ਦੱਸਿਆ, ਕਹਿੰਦੇ ਜਿਹੜਾ ਤੁਹਾਡਾ ਵਜ਼ੀਰ ਦੀਵਾਨ ਸੀ ਨਾ ਉਹਦੇ ਘਰ ਵਿੱਚ ਕੇਵਲ 7 ਪੁੱਤਰੀਆਂ ਹਨ। ਅਸ਼ਟਮ ਹੈ ਆਧਾਨ ਤ੍ਰੈ ਦਾਹੀ। ਔਰ ਉਸ ਦੀ ਜਿਹੜੀ ਘਰ ਵਾਲੀ ਦੀਵਾਨ ਦੀ ਇਸਤਰੀ ਹੈ ਉਹ ਗਰਭਵਤੀ ਹੈ, 8ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਭਰਾਤਾ ਬੰਦ ਅਪਰ ਨਹਿ ਕੋਈ। ਹੋਰ ਉਹਨਾਂ 7 ਭੈਣਾਂ ਦਾ ਕੋਈ ਭਰਾ ਨਹੀਂ ਹੈ ਜੋ ਨਕੇਤ ਕੋ ਮਾਲਕ ਹੋਈ। ਜਿਹੜਾ ਇਸ ਘਰ ਦਾ ਮਾਲਕ ਬਣ ਸਕੇ। ਬਾਦਸ਼ਾਹ ਇਮ ਸੁਨਤ ਉਚਾਰੀ। ਇਉਂ ਸੁਣ ਕੇ ਬਾਦਸ਼ਾਹ ਨੇ ਆਖਿਆ, ਜਨਮੈ ਜਬ ਲੋ ਲਿਹੋ ਨਿਹਾਰੀ। ਕਹਿੰਦੇ ਬਈ ਜਿਹੜਾ ਬੱਚਾ ਜਨਮ ਲੈਣ ਵਾਲਾ ਹੈ ਜਦੋਂ ਉਹ ਜਨਮ ਲੈ ਲਵੇਗਾ ਤੇ ਉਦੋਂ ਤੱਕ ਕਹਿੰਦੇ ਉਡੀਕ ਕਰੋ, ਦੇਖੋ ਹੋਏ ਪੁੱਤਰ ਤੋਂ ਕਰੋ ਖਾਲ ਖਲਾਸੇ। ਜੇਕਰ ਮੇਰੇ ਦੀਵਾਨ ਦੇ ਘਰ ਦੇ ਵਿੱਚ ਉਹਦੀ ਘਰਵਾਲੀ ਦੀ ਕੁੱਖੋਂ ਪੁੱਤਰ ਪੈਦਾ ਹੋਵੇ ਤੇ ਉਸ ਵੇਲੇ ਖਲਾਸੀ ਕਰ ਦੇਣੀ, ਮੁਕਤ ਕਰ ਦੇਣਾ, ਸਭ ਕੁਝ ਇਹਨਾਂ ਦਾ ਇਹਨਾਂ ਨੂੰ ਵਾਪਸ ਕਰ ਦੇਣਾ ਹੈ। ਸੁਤਾ ਭਏ ਕਰ ਜਬਤ ਅਵਾਸੇ। ਜੇਕਰ ਕਹਿੰਦੇ ਪੁੱਤਰੀ ਪੈਦਾ ਹੋਈ ਤੇ ਫਿਰ ਸਭ ਕੁਝ ਜ਼ਬਤ ਕਰ ਲਿਆ ਜਾਵੇ। ਹੁਕਮ ਮਾਨ ਚੌਂਕੀ ਤੇਰੇ ਦੁਆਰੇ। ਉਸ ਵੇਲੇ ਸਾਧ ਸੰਗਤ ਜੀ ਹੁਕਮ ਮੰਨ ਕੇ ਬਾਦਸ਼ਾਹ ਦਾ
ਇਹ ਸਿੱਖ ਬੱਚੀ ਦੱਸ ਰਹੀ ਹੈ, ਮਹਾਰਾਜ ਸਾਡੇ ਦੁਆਰੇ ਉੱਤੇ, ਸਾਡੇ ਬੂਹੇ ਦੇ ਉੱਤੇ ਚੌਂਕੀ ਬਿਠਾ ਦਿੱਤੀ ਗਈ, ਪਹਿਰਾ ਲਾ ਦਿੱਤਾ ਗਿਆ। ਇਹ ਕਿਉਂ ਕਰਦੇ ਸਨ? ਮੁਗਲ ਬਾਦਸ਼ਾਹ ਦੇ ਇਹ ਰੀਤੀ ਸੀ, ਜਦੋਂ ਉਹਨਾਂ ਦਾ ਕੋਈ ਦੀਵਾਨ ਚੜ੍ਹਾਈ ਕਰ ਜਾਵੇ, ਜੇ ਤਾਂ ਉਹਦਾ ਕੋਈ ਹੁੰਦਾ ਪੁੱਤਰ, ਫਿਰ ਤਾਂ ਇੱਕ ਵਾਰ ਜ਼ਬਤ ਕਰਕੇ ਸਭ ਕੁਝ ਬਾਦਸ਼ਾਹ ਉਹਨੂੰ ਆਪਣੇ ਵੱਲੋਂ ਸਭ ਕੁਝ ਦੁਬਾਰਾ ਸੌਂਪ ਦਿੰਦਾ ਸੀ, ਉਹਨੂੰ ਆਪਣੇ ਦਰਬਾਰ ਵਿੱਚ ਪਿਤਾ ਦੀ ਥਾਂ ਤੇ ਨੌਕਰੀ ਤੇ ਰੱਖ ਲੈਂਦਾ। ਤੇ ਜੇ ਸਾਧ ਸੰਗਤ ਪੁੱਤਰ ਨਾ ਹੁੰਦਾ, ਫਿਰ ਸਭ ਕੁਝ ਜ਼ਬਤ ਕਰ ਲਿਆ ਜਾਂਦਾ ਸੀ। ਇਸ ਕਰਕੇ ਕੀਤਾ ਜਾਂਦਾ ਸੀ ਤਾਂ ਕਿ ਬਾਦਸ਼ਾਹ ਦੀ ਨਮਕ ਹਲਾਲੀ ਬਣੀ ਰਹੇ, ਉਹ ਵਫਾਦਾਰ ਬਣੇ ਰਹਿਣ ਜਿਹੜੇ ਉਹਦੇ ਕੋਲ ਨੌਕਰੀ ਚਾਕਰੀ ਕਰਨ ਵਾਲੇ ਆ, ਵੀ ਬਾਦਸ਼ਾਹ ਨੇ ਪਰਉਪਕਾਰ ਕੀਤਾ, ਸਾਡਾ ਸਭ ਕੁਝ ਜ਼ਬਤ ਕੀਤਾ ਹੋਇਆ ਦੁਬਾਰਾ ਦੇ ਦਿੱਤਾ ਹੈ, ਤਾਂ ਕਿ ਜਿਹੜਾ ਦੀਵਾਨ ਵਜ਼ੀਰ ਹੋਵੇ ਉਹਦਾ ਪੁੱਤਰ ਵੀ ਬਾਦਸ਼ਾਹ ਪ੍ਰਤੀ ਵਫਾਦਾਰ ਰਹੇ। ਇਉਂ ਮਹਾਰਾਜ ਸਾਡੇ ਦੁਆਰੇ ਉੱਤੇ ਬੂਹੇ ਦੇ ਅੱਗੇ ਚੌਂਕੀ ਪਹਿਰਾ ਬਿਠਾ ਦਿੱਤਾ। ਮੁਝੇ ਗਰਭ ਕੋ ਜਬ ਦਿਨ ਸਾਰੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਰਭ ਦੇ ਦਿਨ ਪੂਰੇ ਹੋਏ, ਜਨਮਿਓ ਪੁੱਤਰ ਤਾਂ ਸਭ ਜੋਵਾ, ਉਸ ਵੇਲੇ ਸਾਡੀ ਮਾਤਾ ਦੀ ਕੁੱਖੋਂ ਪੁੱਤਰ ਪੈਦਾ ਹੋਇਆ, ਸਭ ਨੇ ਦੇਖਿਆ। ਮੰਗਲ ਕੋ ਉਤਸਵ ਬਹੁ ਹੋਵਾ, ਬਹੁਤ ਖੁਸ਼ੀਆਂ ਮੰਗਲ ਉਤਸ਼ਾਹ ਮਨਾਇਆ ਗਿਆ। ਤੁੰਦ ਬਜੇ ਨੌਬਤੇ ਬਾਜੀ, ਛੋਟੇ ਨਗਾਰੇ ਤੇ ਵੱਡੇ ਨਗਾਰੇ ਨੌਬਤਾਂ ਆਦਿਕ ਵੱਜੀਆਂ। ਸਭ ਪਰਿਵਾਰ ਪਇਓ ਬੋਰ ਹਰਾਜੀ, ਸਾਰਾ ਪਰਿਵਾਰ ਬਹੁਤ ਰਾਜੀ ਖੁਸ਼ ਹੋਇਆ। ਬਾਦਸ਼ਾਹ ਜਾ ਸੁਨਬੋ ਕੀਨ, ਜਦੋਂ ਬਾਦਸ਼ਾਹ ਨੇ ਆਪਣੇ ਕੰਨੀ ਸੁਣਿਆ, ਕਰੋ ਖਲਾਸੀ ਆਇਸ ਦੀਨ, ਕਰੋ ਖਲਾਸੀ ਆਇਸ ਦੀਨ, ਉਸ ਵੇਲੇ ਹੁਕਮ ਕਰ ਦਿੱਤਾ ਕਿ ਇਹਨਾਂ ਦੀ ਖਲਾਸੀ ਕਰ ਦਿਓ, ਮੁਕਤ ਕਰ ਦਿਓ। ਇਉਂ ਹੁਕਮ ਕਰਤਾ, ਬਖਸ਼ਿਓ ਪ੍ਰਥਮ ਸੁਮਾਨ ਰਜੀਨਾ, ਜਿਵੇਂ ਪਹਿਲਾਂ ਇਹਨਾਂ ਦੇ ਪਿਤਾ ਨੂੰ ਰਜੀਨਾ ਰੁਜ਼ਗਾਰ ਬਖਸ਼ਿਆ ਸੀ, ਉਸੇ ਤਰ੍ਹਾਂ ਇਹਨਾਂ ਨੂੰ ਰਜੀਨਾ, ਇਹਨਾਂ ਦਾ ਖਰਚਾ ਪੱਠਾ ਦਿਓ। ਘਰ ਖਲਾਸ ਤਤ ਛਿਨ ਕਰ ਦੀਨਾ, ਉਸ ਵੇਲੇ ਸਾਡਾ ਘਰ ਜਿਹੜਾ ਸੀ ਨਾ ਮਹਾਰਾਜ, ਉਸ ਵੇਲੇ ਖਲਾਸ ਕਰ ਦਿੱਤਾ, ਮੁਕਤ ਕਰ ਦਿੱਤਾ, ਫ੍ਰੀ ਕਰ ਦਿੱਤਾ। ਚੌਂਕੀਦਾਰ ਸਿਪਾਹੀ ਗਏ, ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਜਿਹੜੇ ਚੌਂਕੀਦਾਰ ਸਿਪਾਹੀ ਸਨ ਚਲੇ ਗਏ। ਜਨ ਸਨਮਾਨ ਕਰਤ ਸਭ ਭਏ, ਹੋਰ ਜਿਹੜੇ ਲੋਕ ਸਨ ਸਾਡਾ ਪਹਿਲਾਂ ਦੀ ਤਰ੍ਹਾਂ, ਜਿਵੇਂ ਮੇਰੇ ਪਿਤਾ ਵੇਲੇ ਮਾਨ ਸਨਮਾਨ ਸੀ, ਉਸੇ ਤਰ੍ਹਾਂ ਮਾਨ ਸਨਮਾਨ ਕਰਨ ਲੱਗੇ। ਸਤ ਭਗਨ ਮੈਂ ਕਹਿ ਤਿਸ ਕਲ, ਇਉਂ 7 ਭੈਣਾਂ ਦੇ ਵਿੱਚ ਜਿਹੜਾ ਇਹ ਭਰਾ ਸੀ, ਉਹ ਉਸ ਵੇਲੇ ਧਨ ਮਰਦ ਕੀ ਸਮਸ ਵਿਸਾਲਾ, ਆਪਣੇ ਭਰਾ ਨੂੰ ਵੇਖ ਕੇ ਅਸੀਂ 7 ਭੈਣਾਂ ਨੇ ਆਖਿਆ ਕਿ ਧਨ ਹੈ ਮਰਦ ਦੀ ਜਾਤ, ਤੇ ਇਸੇ ਤਰ੍ਹਾਂ ਮਰਦ ਦੀ ਜਿਹੜੀ ਸ਼ਮਸ਼ ਦਾੜੀ ਵਿਸਾਲ ਮਹਾਨ ਹੈ ਇਹ ਵੀ। ਸਭ ਪਰਿਵਾਰ ਛੁਟਿਓ ਜਿਸ ਪਾਛੇ, ਜਿਸ ਸਾਡੇ ਭਰਾ ਦੇ, ਇੱਕ ਮਰਦ ਦੇ ਸਾਡੇ ਘਰ ਆਉਣ ਕਰਕੇ ਸਾਰੇ ਪਰਿਵਾਰ ਦਾ ਖਹਿੜਾ ਛੁੱਟ ਗਿਆ। ਇਸ ਤੇ ਅਪਰ ਨਹੀਂ ਕੋ ਅੱਛੇ, ਸੋ ਇਸ ਮਰਦ ਤੋਂ ਬਿਨਾ ਹੋਰ ਕੋਈ ਅੱਛਾ ਚੰਗਾ ਮਹਾਨ ਨਹੀਂ। ਜਿਸ ਦਾੜੀ ਤੇ ਜਪ ਤਪ ਜੋਗ, ਜਿਸ ਦਾੜੀ ਦੇ ਰੱਖਣ ਦੇ ਨਾਲ ਸਾਧ ਸੰਗਤ ਜੀ ਜਪ ਤਪ ਜੋਗ ਆਦਿਕ ਕਮਾਏ ਜਾਂਦੇ ਹਨ। ਲੈ ਸਕਲ ਤੇ ਸੁਖ ਗਨ ਭੋਗ, ਔਰ ਇਸ ਪ੍ਰਕਾਰ ਜਿਹੜੇ ਜਪ ਤਪ ਜੋਗ ਆਦਿਕ ਕੀਤੇ ਜਾਂਦੇ ਐ, ਦਾੜੀ ਕੇਸਾ ਧਾਰੇ ਜਟਾ ਜੂਟ ਜਿਹੜੇ ਮਹਾਂਪੁਰਸ਼ ਆ, ਉਹਨਾਂ ਦੇ ਫਿਰ ਸਾਰੇ ਇਹ ਫਲੀ ਭੂਤ ਹੁੰਦੇ ਆ, ਸੁਖ ਦਿੰਦੇ ਹਨ। ਮਰਦ ਕਚਹਿਰੀ ਕਰ ਦਰ ਦਰ ਗਾਏ, ਇਸ ਪ੍ਰਕਾਰ ਜਿਹੜਾ ਮਰਦ ਹੈ ਉਹ ਵਾਹਿਗੁਰੂ ਦੀ ਕਚਹਿਰੀ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਹੁੰਚਾਉਣ ਵਾਲਾ ਹੈ। ਸਮਸ ਕਬੂਲ ਪਰੈ ਦੁਤ ਜਾਏ, ਔਰ ਜਿਸ ਮਰਦ ਦੀ ਜਿਹੜੀ ਸ਼ਮਸ਼ ਹੈ, ਦਾੜੀ ਹੈ, ਉਹ ਜਾ ਕੇ ਕਬੂਲ ਪੈਂਦੀ ਹੈ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਮਰਦ ਬਿਨਾ ਸ਼ਮਸ਼ ਦਸਤਾਰ, ਤੇ ਜਿਹੜਾ ਮਰਦ ਬਿਨਾ ਸ਼ਮਸ਼ ਤੇ ਬਿਨਾ ਦਸਤਾਰ ਤੋਂ, ਬਿਨਾ ਦਾੜੇ ਅਤੇ ਬਿਨਾ ਦਸਤਾਰ ਤੋਂ ਹੈ, ਇਨ ਬਿਨ ਔਰਤ ਪਰੈ ਨਿਹਾਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਹੋਵੇ ਤਾਂ ਮਰਦ, ਮੂੰਹ ਦੇ ਉੱਤੇ ਨਾ ਹੋਵੇ ਦਾੜਾ ਪ੍ਰਕਾਸ਼, ਤੇ ਸਿਰ ਦੇ ਉੱਤੇ ਨਾ ਬੰਨੀ ਹੋਵੇ ਦਸਤਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੋਵਾਂ ਚੀਜ਼ਾਂ ਤੋਂ ਬਿਨਾਂ ਤਾਂ ਕਹਿੰਦੇ ਉਹਨੂੰ ਔਰਤ ਵਰਗਾ, ਜਨਾਨੀ ਵਰਗਾ ਜਾਣੋ। ਸੱਚੇ ਪਾਤਸ਼ਾਹ ਮੈਂ ਚੀਤ, ਹੇ ਸੱਚੇ ਪਾਤਸ਼ਾਹ ਜੀ ਉਸ ਵੇਲੇ ਮੈਂ ਆਪਣੇ ਚਿੱਤ ਵਿੱਚ ਤਬ ਕੀ ਧਰੀ ਵਿਸਾਲ ਪ੍ਰਤੀਤ, ਮੈਂ ਬੜੀ ਵਿਸ਼ਾਲ ਪ੍ਰਤੀਤੀ, ਇਹ ਵਿਸ਼ਵਾਸ ਧਾਰਨ ਕਰ ਲਿਆ ਜਨਮਤ ਮਰਦ ਸੋ ਬੰਦ ਖਲਾਸੀ, ਕਿ ਇੱਕ ਮਰਦ ਦੇ ਜਨਮ ਲੈਣ ਦੇ ਨਾਲ ਸਾਡੀ ਬੰਦ ਖਲਾਸੀ ਰਾਜੇ ਪਾਸੋਂ ਹੋਈ। ਹਮ ਜਨਾਨੀ ਯਾਸ਼ਪਤ ਪ੍ਰਕਾਸ਼ੀ, ਅਸੀਂ ਤਾਂ ਜਨਾਨੀਆਂ ਜਿਹੜੀਆਂ ਇਸਤਰੀਆਂ ਲੜਕੀਆਂ ਸੀ, 7 ਪਹਿਲਾਂ ਪ੍ਰਕਾਸ਼ ਹੋਈਆਂ ਸੀ, 7 ਦਾ ਜਨਮ ਹੋਇਆ ਸੀ ਘਰ ਵਿੱਚ। ਨੈ ਮੁਲਾਹਜਾ ਕਿਨੈ ਉਪਾਚੀ, ਪਰ ਕਿਸੇ ਨੇ ਸਾਡਾ ਕੋਈ ਮੁਲਾਹਜਾ ਨਹੀਂ ਆਖਿਆ, ਆ ਕੇ ਕਿਸੇ ਨੇ ਸਾਡਾ ਦਰਦ ਨਹੀਂ ਵੰਡਾਇਆ। ਜਾਂ ਤੇ ਧਨ ਸ਼ਮਸ਼ ਹੈ ਸਾਚੀ, ਇਸ ਕਰਕੇ ਮਹਾਰਾਜ ਧਨ ਹੈ ਮਰਦ ਤੇ ਧਨ ਹੈ ਇਸ ਦੀ ਸੱਚੀ ਦਾੜੀ। ਢਾਰ ਸੀ ਜਨ ਜ਼ੁਲਮ ਜੰਮੈ, ਲਾਨਤੈ ਸ਼ਬਦ ਰੋਜ ਜੋ ਮਰਦ ਹਰਦੋ ਮਾਹੇ। ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਵਿੱਚ ਇਹ ਵੇਖਣ ਵਿੱਚ ਗੱਲ ਆਉਂਦੀ ਹੈ, ਜਨ ਜਿਹੜੀ ਇਸਤਰੀ ਹੈ, ਜ਼ੁਲਮ ਜੰਮੈ ਲਾਨਤ ਹੈ,
ਜੇਕਰ ਉਹ ਬੱਚੀ ਨੂੰ ਜਨਮ ਦਿੰਦੀ ਹੈ ਤੇ ਦੁਨੀਆ ਦੇ ਲੋਕ ਕਹਿੰਦੇ ਬੜਾ ਜ਼ੁਲਮ ਢਾਇਆ ਇਹਨੇ, ਉਹਨੂੰ ਲਾਹਨਤਾਂ ਪੈਂਦੀਆਂ ਵੀ ਬੇਟੀ ਨੂੰ ਜਨਮ ਕਿਉਂ ਦਿੱਤਾ ਹੈ। ਇਸ ਪ੍ਰਕਾਰ ਸਭੈ ਰੋਜ਼ ਹਰ ਦੋ ਮਾਹੇ, ਸਭੈ ਰਾਤ ਤੇ ਰੋਜ਼ ਦਿਨ ਨੂੰ, ਦਿਨ ਰਾਤ ਉਹਦੇ ਹਿਰਦੇ ਦੇ ਵਿੱਚ ਜਾਂ ਹਰ ਦੋ ਮਾਹੇ ਦੋਨੇ ਵੇਲਿਆਂ ਦੇ ਵਿੱਚ ਦਿਨ ਰਾਤ ਹੀ ਉਹਨੂੰ ਲਾਹਨਤਾਂ ਪਾਉਂਦੇ ਹਨ ਲੋਕ। ਮਰਦੈ ਜਮੈ ਦਰ ਗੋਸ਼ ਗੈਰ ਕਰਦਮੈ। ਤੇ ਮਹਾਰਾਜ ਜਦੋਂ ਕੋਈ ਮਰਦ ਦਾ ਜਨਮ, ਬੱਚੇ ਦਾ ਜਨਮ ਹੁੰਦਾ ਹੈ ਤੇ ਮਹਾਰਾਜ ਦਰ ਗੋਸ਼ ਖੈਰ ਕਰਦਮ ਹੈ। ਫਿਰ ਦਰ ਦੇ ਉੱਤੇ, ਬੂਹੇ ਦੇ ਉੱਤੇ ਆ ਕੇ ਇਹ ਕੰਨੀ ਆਵਾਜ਼ਾਂ ਸੁਣਦੀਆਂ, ਖੈਰ ਕਰਦਮ ਹੈ, ਵਾਹਿਗੁਰੂ ਨੇ ਬੜੀ ਖੈਰ ਕੀਤੀ ਹੈ, ਬੜਾ ਭਲਾ ਕੀਤਾ ਹੈ। ਦਾੜੀ ਬੰਦਗੀ ਐਨ ਖੁਦਾਏ। ਤੋ ਉਸ ਵੇਲੇ ਆਖਿਆ ਵੀ ਜਿਹੜੀ ਦਾੜੀ ਹੈ ਇਹ ਬੰਦਗੀ ਦੇ ਤੁੱਲ ਹੈ। ਦਾੜੀ ਰੱਖਣਾ ਇਹ ਵੀ ਇੱਕ ਪਰਮਾਤਮਾ ਦੀ ਬੰਦਗੀ ਕਰਨਾ ਹੈ। ਐਨ ਖੁਦਾਏ ਦੀਦਾਰ ਸ਼ੁਮਾਰ ਹੈ। ਸੋ ਐਨ ਖੁਦਾ ਦੀ ਜਿਹੜੀ ਬੰਦਗੀ ਕਰਨੀ, ਖੁਦਾ ਦੇ ਦੀਦਾਰ ਹੋਣੇ ਨਾ, ਦਾੜੀ ਵਾਲੇ ਮਨੁੱਖ ਦੇ, ਕੇਸਾ ਦਾੜੀ ਸਾਫ ਸੂਰਤ ਮਨੁੱਖ ਦੇ ਜਦੋਂ ਦਰਸ਼ਨ ਹੁੰਦੇ ਆ ਤਾਂ ਇਹ ਸਮਝੋ ਕਿ ਖੁਦਾ ਦੇ ਹੀ ਦਰਸ਼ਨ ਹੋ ਗਏ। ਇਸ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਨੇ ਗੁਰੂ ਕੇ ਸਿੱਖਾਂ ਨੂੰ ਸਾਬਤ ਸੂਰਤ ਦਸਤਾਰ ਸਿਰਾਂ ਦਾ ਧਾਰਨੀ ਬਣਾਇਆ। ਕੇਸ ਸਾਬਤ ਰੱਖਣੇ, ਦਾੜਾ ਨਹੀਂ ਕਤਰਨਾ, ਕਿਸੇ ਪ੍ਰਕਾਰ ਕਰਕੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜਿਵੇਂ ਖੁਦਾ ਨੇ ਮਰਦ ਪੈਦਾ ਕੀਤਾ ਹੈ ਉਸੇ ਸਰੂਪ ਦੇ ਵਿੱਚ ਬਿਲਕੁਲ ਸਾਬਤ ਸੂਰਤ ਰਹਿਣਾ, ਇਹ ਗੁਰੂ ਦਾ ਹੁਕਮ ਹੈ। ਤੇ ਐਸਾ ਜਿਹੜਾ ਕੋਈ ਹੁਕਮ ਦਾ ਧਾਰਨੀ ਹੈ ਉਹਨਾਂ ਨੂੰ ਸਤਿਗੁਰੂ ਨੇ ਖਾਲਸਾ ਮੇਰਾ ਰੂਪ ਹੈ ਖਾਸ ਵੀ ਕਹਿ ਦਿੱਤਾ। ਇਹ ਮੇਰਾ ਖਾਸ ਰੂਪ ਹੈ, ਖੁਦਾ ਦਾ ਹੀ ਰੂਪ ਹੈ, ਅੱਲਾ ਦਾ ਰੂਪ ਹੈ। ਸੋ ਜਿਹੜਾ ਸਾਬਤ ਸੂਰਤ ਔਰ ਸੱਚ ਧਰਮ ਦੇ ਨਾਲ ਜੁੜਿਆ ਹੋਇਆ ਮਨੁੱਖ ਹੈ, ਕੇਸ ਦਾੜਾ ਜਿਹਦਾ ਸਾਬਤ ਹੈ, ਕਹਿੰਦੇ ਉਹ ਤਾਂ ਖੁਦਾ ਦਾ ਹੀ ਰੂਪ ਹੈ। ਅੱਜ ਕੱਲ੍ਹ ਭਾਵੇਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਬਚਨ ਤੋਂ ਮੁਨਕਰ ਹੋਏ ਲੋਕ ਤੇ ਆਪਣੇ ਆਪ ਨੂੰ ਸਿੱਖ ਵੀ ਕਹਾਈ ਜਾਂਦੇ ਆ ਤੇ ਕਹਿੰਦੇ ਆ ਵੀ ਤੁਸੀਂ ਕੋਈ ਬਹੁਤੇ ਵੱਡੇ ਸਿੱਖ ਹੋ, ਅਸੀਂ ਵੀ ਤਾਂ ਸਤਿਗੁਰੂ ਸਾਹਿਬ ਜੀ ਦੇ ਸਿੱਖ ਹੀ ਹੈ। ਪਰ ਆ ਦੇਖੋ ਪ੍ਰਤੱਖ ਹੀ ਇਹ ਸਤਿਗੁਰੂ ਸਾਹਿਬ ਜੀ ਦੇ ਇੱਥੇ ਬਚਨ ਇਤਿਹਾਸ ਦੇ ਵਿੱਚ ਆ ਰਹੇ ਆ ਕਿ ਦਾੜੀ ਬੰਦਗੀ ਐਨ ਖੁਦਾਏ ਦੀਦਾਰ ਸ਼ੁਮਾਰ ਹੈ। ਦਾੜੀ ਬੰਦਗੀ ਦੇ ਤੁੱਲ ਹੈ, ਜਿਵੇਂ ਭਗਤੀ ਕਰਨੀ ਹੋਵੇ। ਤੇ ਕੇਸਾ ਧਾਰੀ ਜਿਹੜਾ ਸਾਬਤ ਸੂਰਤ ਮਨੁੱਖ ਹੈ ਉਹ ਬਿਲਕੁਲ ਖੁਦਾ ਦੀ ਹੀ ਮੂਰਤ ਹੈ। ਬਗੈਰ ਦਾੜੀ ਸ਼ੈਤਾਨ ਵਿਸਾਹਸ ਨਾ ਕਰਦਮੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬਗੈਰ ਦਾੜੀ ਤੋਂ ਹੈ, ਜਿਹਨੇ ਸਾਡਾ ਵਿਸ਼ਵਾਸ ਖੋਹ ਦਿੱਤਾ ਉਹਦੇ ਉੱਤੇ, ਉਹ ਤਾਂ ਕਹਿੰਦੇ ਸ਼ੈਤਾਨ ਵਰਗਾ, ਅਸੀਂ ਉਹਦੇ ਤੇ ਕਦੇ ਵਿਸ਼ਵਾਸ ਨਹੀਂ ਕਰਦੇ। ਚੌਪਈ ਸੁਣ ਕਰ ਸਕਲ ਸਭਾ ਵਿਸਮਾਈ। ਇਉਂ ਸੁਣ ਕੇ ਸਤਿਗੁਰੂ ਜੀ ਦੇ ਬਚਨ ਸਾਰੀ ਸਭਾ ਬੜੀ ਵਿਸਮਾਦ ਵਿੱਚ ਚਲੇ ਗਈ, ਅਚਰਜ ਹੈਰਾਨ ਹੋਈ। ਧੰਨ ਧੰਨ ਬੋਲੇ ਤਿਸ ਤਾਈ। ਉਸ ਵੇਲੇ ਸਾਧ ਸੰਗਤ ਜੀ ਜਿਹੜੀ ਸਿੱਖ ਬੱਚੀ ਸੀ ਬੀਬੀ ਭਾਗਣ, ਉਹਨੂੰ ਧੰਨ ਧੰਨ ਕਹਿਣ ਲੱਗੇ। ਤਬ ਸਤਿਗੁਰ ਭਾਖਿਓ ਦਿਸ ਹੇਰੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੱਲ ਵੇਖ ਕੇ ਬਚਨ ਕੀਤੇ। ਧੰਨ ਪ੍ਰਤੀਤ ਹਿਰਦੈ ਅਸ ਤੇਰੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੁੱਤਰੀ ਧੰਨ ਹੈ ਤੇਰੇ ਹਿਰਦੇ ਦਾ ਯਕੀਨ ਔਰ ਧੰਨ ਤੇਰੀ ਪ੍ਰੀਤੀ ਹੈ। ਸਿੱਖੋ ਦਾੜੀ ਤਾਰੀਫ ਕੇਸ਼ ਸੁਮਾਰ ਬਲ ਤਰਣ। ਸਤਿਗੁਰੂ ਜੀ ਨੇ ਫਾਰਸੀ ਦੇ ਵਿੱਚ ਫਿਰ ਬਚਨ ਉਚਾਰਨ ਕੀਤੇ, ਕਹਿਣ ਲੱਗੇ ਸਿੱਖੋ ਦਾੜੀ ਤਾਰੀਫ ਕੇਸ਼ ਸ਼ੁਮਾਰ ਬਾਲਤਨ ਹੈ। ਕਹਿੰਦੇ ਭਾਈ ਦਾੜੀ ਕਰਕੇ ਮਨੁੱਖ ਦੀ ਤਾਰੀਫ ਹੁੰਦੀ ਹੈ। ਜਿਹੜੇ ਕੇਸ ਹੈ, ਜੇ ਕੋਈ ਇਕੱਲੇ ਕੇਸ ਰੱਖ ਲੈ ਦਾੜੀ ਕਤਰੀ ਜਾਵੇ ਤੇ ਕਹਿੰਦੇ ਕੇਸ ਤਾਂ ਬਾਲਪਣ ਦੇ ਵਿੱਚ ਵੀ, ਬਚਪਨ ਦੇ ਵਿੱਚ ਹੀ ਬੱਚੇ ਦੇ ਹੁੰਦੇ ਹਨ। ਬਗੈਰ ਦਾੜੀ ਬਦਨ ਚਸ਼ਮ ਨਾ ਦੀਦਮੈ। ਬਗੈਰ ਦਾੜੀ ਤੋਂ ਜਿਹੜਾ ਬਦਨ ਮੁਖੜਾ ਹੈ ਨਾ, ਮੂੰਹ ਹੈ, ਚਸ਼ਮ ਨਾ ਦੀਦਮੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਹਨੂੰ ਦੇਖਣਾ ਨਹੀਂ ਚਾਹੁੰਦਾ, ਜਾਂ ਚਸ਼ਮ ਨਾ ਦੀਦਮੈ, ਮੈਂ ਉਹਨਾਂ ਨੂੰ ਦਰਸ਼ਨ ਦੀਦਾਰੇ ਨਹੀਂ ਬਖਸ਼ਦਾ। ਬਿਨਾ ਸ਼ਸਤਰ ਕੇਸੰ ਨਾ ਦੇਹੋਂ ਦੀਦਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ। ਗਹੇ ਕਾਨ ਤਾਕੋ ਕਿਤੈ ਲੈ ਸੁਧਾਰੇ। ਇਹ ਹੈ ਮੋਰ ਆਗਿਆ ਸੁਨੋ ਰੇ ਪਿਆਰੇ, ਸੁਨੋ ਹੈ ਪਿਆਰੇ। ਬਿਨਾ ਸ਼ਸਤਰ ਕੇਸੰ ਨਾ ਦੇਹੋਂ ਦੀਦਾਰੇ। ਸ਼ਸਤਰਾਂ ਤੋਂ ਬਿਨਾ, ਕੇਸਾਂ ਤੋਂ ਬਿਨਾ ਮਨੁੱਖ ਭੇਡਾਂ ਵਰਗਾ, ਭੇਡ ਨੂੰ ਕੰਨ ਤੋਂ ਫੜ ਕੇ ਜਿਹੜਾ ਮਰਜੀ ਜਿੱਧਰ ਲੈ ਜਾਵੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਗੈਰ ਦਾੜੀ ਤੋਂ ਜਿਹੜਾ ਮੁਖ ਹੈ, ਚਿਹਰਾ ਹੈ, ਚਸ਼ਮ ਨਾ ਦੀਦਮੈ ਹੈ। ਸਤਿਗੁਰੂ ਜੀ ਕਹਿੰਦੇ ਮੈਂ ਇਹਨੂੰ ਅੱਖਾਂ ਨਾਲ ਤੱਕਣਾ ਨਹੀਂ ਚਾਹੁੰਦਾ। ਚੌਪਈ ਇਮ ਸਤਿਗੁਰ ਕਰ ਬਚਨ ਬਿਲਾਸਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਬਿਲਾਸ ਕੀਤੇ। ਕਰੀ ਸੰਪੂਰਨ ਸੰਗਤ ਆਸ਼ਾ। ਔਰ ਸੰਗਤ ਦੀਆਂ ਜਿਹੜੀਆਂ ਆਸ਼ਾਵਾਂ ਹਨ, ਇੱਛਾਵਾਂ ਹਨ, ਉਹ ਸਤਿਗੁਰੂ ਸਾਹਿਬ ਜੀ ਨੇ ਪੂਰਨ ਕੀਤੀਆਂ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬਹੁਤ ਸਾਰੀਆਂ ਸੰਗਤਾਂ ਆਈਆਂ, ਸਭ ਦੀਆਂ ਭਾਵਨਾਵਾਂ ਸਤਿਗੁਰੂ ਜੀ ਅਰਦਾਸਾਂ ਸੁਣ ਸੁਣ ਕੇ ਪੂਰੀਆਂ ਕਰ ਰਹੇ ਹਨ। ਸੋ ਇਸ ਤੋਂ ਅੱਗੇ ਪ੍ਰਸੰਗ ਜਿਹੜਾ ਇਹ ਆਪਾਂ ਸਾਧ ਸੰਗਤ ਜੀ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸੋ ਜਿਹੜੇ ਮਰਦ ਸੂਰਮੇ ਸਤਿਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ
10 ਮਿੰਟਾਂ ਤੱਕ ਆਪਾਂ ਸੰਪੂਰਨ ਕਥਾ ਦੀ ਸਮਾਪਤੀ ਕਰਨੀ ਹੈ। ਸੋ ਸਾਧ ਸੰਗਤ ਜੀ, ਕੁਝ ਕੁ ਵਿਚਾਰ ਹੋਰ। ਅੱਜ ਸਾਧ ਸੰਗਤ ਜੀ 6 ਜੂਨ ਦਾ ਦਿਹਾੜਾ ਕੱਲ੍ਹ ਲੰਘਿਆ, ਅੱਜ 7 ਜੂਨ ਹੈ ਅਤੇ ਬੜਾ ਅਹਿਮ ਹਫ਼ਤਾ ਹੈ, ਬੜੇ ਅਹਿਮ ਦਿਨ ਹੈ ਇਹ 1984 ਦੇ ਘੱਲੂਘਾਰੇ ਦੇ ਸਿੱਖ ਪੰਥ ਦੇ ਵਿੱਚ। ਸਾਡੀ ਸਿੱਖ ਵਿਰਾਸਤ, ਸਾਡਾ ਸਿੱਖ ਵਿਰਸਾ, ਸਾਡੇ ਦਿਲ ਦੀਆਂ ਭਾਵਨਾਵਾਂ ਇਹਨਾਂ ਦਿਹਾੜਿਆਂ ਦੇ ਨਾਲ, ਇਹਨਾਂ ਦਿਨਾਂ ਦੇ ਨਾਲ ਸਾਧ ਸੰਗਤ ਜੀ ਬਹੁਤ ਡੂੰਘੀ ਹੱਦ ਤੱਕ ਜੁੜੀਆਂ ਹੋਈਆਂ। ਕਦੇ ਵੀ ਗੁਰੂ ਕਾ ਸਿੱਖ ਇਹਨਾਂ ਦਿਹਾੜਿਆਂ ਨੂੰ ਭੁੱਲ ਨਹੀਂ ਸਕਦਾ। ਔਰ ਅੱਜ ਕੱਲ੍ਹ ਤਾਂ ਜਗ੍ਹਾ ਜਗ੍ਹਾ ਦੇ ਉੱਤੇ ਨੌਜਵਾਨਾਂ ਵੱਲੋਂ ਇਹ ਆਵਾਜ਼ਾਂ, ਚਾਹੇ ਇੰਟਰਨੈਟ ਦੇ ਉੱਤੇ ਦੇਖ ਲਓ, ਚਾਹੇ ਸਾਧ ਸੰਗਤ ਜੀ ਕਿਤੇ ਧਰਨਿਆਂ, ਰੋਸ ਜਲਸਿਆਂ ਦੇ ਵਿੱਚ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਨੈਵਰ ਫੋਰਗੇਟ 84, ਹਰ ਜਗ੍ਹਾ ਦੇ ਉੱਤੇ ਲਿਖਿਆ ਪੜ੍ਹਿਆ ਸੁਣਿਆ ਜਾਂਦਾ। ਅਤੇ ਇਹ ਹੈ ਵੀ ਸਾਧ ਸੰਗਤ ਸੱਚ ਗੱਲ ਹੈ ਵੀ ਆਪਣੇ ਦੇ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਸਿੱਖ ਰਾਜ ਵੀ ਹੋਇਆ, ਪਰ ਸਿੱਖ ਰਾਜ ਦੇ ਵਿੱਚ ਸਾਧ ਸੰਗਤ ਜੀ ਕਦੇ ਇੱਥੋਂ ਤੱਕ ਨਹੀਂ ਗੁਰੂ ਕੇ ਸਿੱਖਾਂ ਨੇ ਜ਼ੁਲਮ ਦੀ ਹੱਦ ਨੂੰ ਲੰਘਿਆ, ਕਿਸੇ ਉੱਤੇ ਜ਼ੁਲਮ ਕੀਤਾ ਬਈ ਕਿਸੇ ਦੇ ਧਰਮ ਅਸਥਾਨ ਨੂੰ ਹੀ ਉਜਾੜ ਦਿੱਤਾ ਜਾਵੇ, ਧਰਮ ਅਸਥਾਨ ਦੇ ਉੱਤੇ ਗੋਲੀਆਂ, ਟੈਂਕ, ਤੋਪਾਂ ਚਾੜ ਦਿੱਤੀਆਂ ਜਾਣ। ਧਾਰਮਿਕ ਤੌਰ ਦੇ ਉੱਤੇ ਇਕੱਤਰ ਹੋਏ ਗੁਰੂ ਕੇ ਸਿੰਘ ਸਿੰਘਣੀਆਂ, ਗੁਰੂ ਕੀ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸਨ ਸਾਰੇ, ਪਰ ਕੀ ਬੱਚੇ, ਕੀ ਬੁੱਢੇ, ਕੀ ਮਰਦ, ਕੀ ਇਸਤਰੀਆਂ, ਕਿਸੇ ਨੂੰ ਨਹੀਂ ਬਖਸ਼ਿਆ ਗਿਆ। ਕੀ ਸਾਧ ਸੰਗਤ ਜੀ ਉਹ ਸਾਰੇ ਖਾੜਕੂ ਸਨ? ਕੀ ਉਹ ਆਤੰਕਵਾਦੀ ਸਨ? ਕੀ ਉਹ ਦੇਸ਼ ਧਰੋਹੀ ਸਨ? 5-5 ਸਾਲ ਦੇ ਬੱਚੇ, ਗੋਦ ਚੁੱਕੇ ਹੋਏ ਮਾਵਾਂ ਦੇ ਬੱਚੇ, ਛੋਟੀਆਂ ਉਮਰਾਂ ਦੇ। ਪਰ ਸਾਡੇ 'ਤੇ ਇਹ ਕਹਿਰ ਹੋਇਆ। ਔਰ ਇੱਥੋਂ ਤੱਕ ਭਾਰਤੀ ਫੌਜ ਦੀ ਗਿਰੀ ਹੋਈ ਮਾਨਸਿਕਤਾ ਦਾ ਇਹ ਤੋਂ ਵੱਡਾ ਸਾਧ ਸੰਗਤ ਜੀ ਕੀ ਸਬੂਤ ਹੋ ਸਕਦਾ ਹੈ? ਬਈ 1 ਜੂਨ ਤੋਂ 6 ਜੂਨ ਤੱਕ ਦਾ ਜੋ ਉਹਨਾਂ ਨੇ ਹਮਲਾ ਕੀਤਾ, ਕੌਮ ਦੇ ਮਹਾਨ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਨਾਲ ਲੋਹਾ ਲੈਂਦਿਆਂ ਹੋਇਆਂ ਨੇ, ਉਹ ਤਾਂ ਜੋ ਹੋਇਆ ਸੋ ਹੋਇਆ। 6 ਜੂਨ ਨੂੰ ਸਾਧ ਸੰਗਤ ਜੀ 11 ਵਜੇ ਤੱਕ, 8:30 ਵਜੇ ਇਹ ਅਨਾਉਂਸ ਕਰ ਦਿੱਤੀ ਗਈ ਸੀ, 8-8:30 ਵਜੇ, ਕਿ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਮਾਰ ਮੁਕਾਇਆ। BBC ਲੰਡਨ ਦੇ ਉੱਤੇ ਵੀ ਭਾਰਤੀ ਸਰਕਾਰ ਦੇ ਹਵਾਲੇ ਦੇ ਨਾਲ ਇਹ ਖਬਰ ਨਸ਼ਰ ਕੀਤੀ ਗਈ ਅਤੇ 11 ਵਜੇ ਤੱਕ ਸਮੁੱਚੇ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਉੱਤੇ ਫੌਜ ਦਾ ਪੂਰਨ ਕਬਜ਼ਾ ਹੋ ਚੁੱਕਿਆ, ਇਹ ਅਨਾਉਂਸ ਕਰ ਦਿੱਤਾ ਗਿਆ ਸੀ। ਪਰ ਫਿਰ ਵੀ ਸਾਧ ਸੰਗਤ ਜੀ 6 ਦਾ ਦਿਨ ਲੰਘਿਆ, 6 ਦੀ ਰਾਤ ਲੰਘੀ। 7 ਜੂਨ ਨੂੰ ਅੱਜ ਵਾਲੇ ਦਿਨ ਸਵੇਰ ਨੂੰ ਸਾਧ ਸੰਗਤ ਜੀ 8:30 ਵਜੇ ਜੋ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਉਹਨੂੰ ਅਗਨ ਭੇਟ ਕੀਤਾ ਗਿਆ, ਉਹਦੇ ਵਿੱਚ ਅੱਗ ਲਾਈ ਗਈ। ਜਿਸ ਲਾਇਬ੍ਰੇਰੀ ਦੇ ਵਿੱਚ ਬਹੁਤ ਕੀਮਤੀ ਸਾਹਿਤ ਸੀ, ਪੁਰਾਣੀਆਂ ਪੋਥੀਆਂ, ਸਤਿਗੁਰੂ ਸਾਹਿਬ ਜੀ ਦੇ ਹੱਥ ਲਿਖਤ ਹੁਕਮਨਾਮੇ, ਹੱਥ ਲਿਖਤ ਬੀੜਾਂ, ਸ਼੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਉਤਾਰੇ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ, ਇਸ ਪ੍ਰਕਾਰ ਹੋਰ ਬਹੁਤ ਬਹੁਮੁੱਲਾ ਸਿੱਖ ਸਾਹਿਤ ਜਿਸ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸੀ, ਉਹ ਸਾਧ ਸੰਗਤ ਜੀ ਹਮਲਾ ਹੋਣ ਤੋਂ ਬਾਅਦ, ਹਾਲਾਂਕਿ ਕੋਈ ਤੁਕ ਨਹੀਂ ਸੀ ਬਣਦੀ, ਫਿਰ ਵੀ ਭਾਰਤੀ ਸਰਕਾਰ ਦੀਆਂ ਫੌਜਾਂ ਨੇ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਨ ਭੇਟ ਕੀਤਾ, ਅੱਗ ਲਾ ਦਿੱਤੀ ਗਈ। ਫੌਜਾਂ ਚੜ੍ਹ ਕੇ ਜਾਂਦੀਆਂ, ਜੰਗਾਂ ਹੁੰਦੀਆਂ, ਪਰ ਸਾਧ ਸੰਗਤ ਕੀ ਕੋਈ ਇੱਥੋਂ ਤੱਕ ਗਿਰ ਸਕਦਾ? ਕਿਸੇ ਦੀ ਮਾਨਸਿਕਤਾ ਇੱਥੋਂ ਤੱਕ ਡਿੱਗ ਸਕਦੀ ਹੈ ਵੀ ਉਹ ਧਰਮ ਗ੍ਰੰਥ ਦੇ ਸਾਹਿਤ ਨੂੰ ਹੀ ਖਤਮ ਕਰ ਦਿੱਤਾ ਜਾਵੇ, ਧਰਮ ਗ੍ਰੰਥ ਦੀਆਂ ਪੋਥੀਆਂ ਨੂੰ, ਕੀਮਤੀ ਸਾਹਿਤ ਸਿੱਖਾਂ ਤੋਂ ਖੋਹ ਲਿਆ ਗਿਆ। ਇਹ ਸਾਧ ਸੰਗਤ ਜੀ ਸਾਰੀ ਘਟਨਾ ਜਿਹੜੀ ਹੈ ਨਾ 7 ਜੂਨ ਦੀ, ਉਸ ਵੇਲੇ ਲਾਇਬ੍ਰੇਰੀ ਦੇ ਵਿੱਚ ਡਾਕਟਰ ਦਵਿੰਦਰ ਸਿੰਘ ਦੁੱਗਲ ਉਹ ਇੰਚਾਰਜ ਸਨ ਅਤੇ ਉਹਨਾਂ ਦੇ ਨਾਲ ਸਹਾਇਕ ਸਨ ਸਰਦਾਰ ਹਰਦੀਪ ਸਿੰਘ ਜੀ। 1 ਜੂਨ ਤੋਂ ਲੈ ਕੇ 6 ਜੂਨ ਤੱਕ ਸਰਦਾਰ ਹਰਦੀਪ ਸਿੰਘ ਹਮਲੇ ਦੇ ਦੌਰਾਨ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਰਹੇ ਅਤੇ ਉਹ ਦੱਸਦੇ ਆ ਕਿ 6 ਅਤੇ 7 ਜੂਨ ਦੀ ਜਿਹੜੀ ਦਰਮਿਆਨੀ ਰਾਤ ਸੀ, 6 ਦਾ ਦਿਨ ਬੀਤ ਕੇ ਜਿਹੜੀ ਰਾਤ ਆਈ ਅਤੇ 7 ਦਾ ਦਿਨ ਚੜ੍ਹਨਾ ਸੀ, ਇਹ ਰਾਤ ਨੂੰ ਫੌਜ ਨੇ ਰਾਤ ਨੂੰ ਆਪਣੀਆਂ ਜਿਹੜੀਆਂ ਗੱਡੀਆਂ ਸਨ ਉਹਨਾਂ ਤੋਂ ਤਾਰਾਂ ਲਾ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਚਾਨਣਾ ਕੀਤਾ, ਕਿਉਂਕਿ ਬਾਕੀ ਸ਼ਹਿਰ ਦੀ ਦਰਬਾਰ ਸਾਹਿਬ ਕੰਪਲੈਕਸ ਦੀ ਲਾਈਟ ਤਾਂ ਬਿਜਲੀ ਸਾਰੀ ਕੱਟ ਦਿੱਤੀ ਗਈ ਸੀ। ਫੌਜ ਨੇ ਆਪਣੀਆਂ ਗੱਡੀਆਂ ਤੋਂ ਤਾਰਾਂ ਲਾ ਕੇ ਚਾਨਣਾ ਕੀਤਾ
ਤੇ ਸਰਦਾਰ ਹਰਦੀਪ ਸਿੰਘ ਦੱਸਦੇ ਆ ਕਿ ਉਸ ਵੇਲੇ ਲਾਇਬ੍ਰੇਰੀ ਦੇ ਵਿੱਚ ਅਲਮਾਰੀਆਂ ਦੇ ਭੰਨਣ ਤੋੜਨ ਦੀਆਂ ਆਵਾਜ਼ਾਂ ਸਾਫ਼ ਬਾਹਰ ਸੁਣਾਈ ਦਿੰਦੀਆਂ ਸਨ। ਇਉਂ ਲੱਗਦਾ ਸੀ ਵੀ ਫੌਜ ਅਲਮਾਰੀਆਂ ਨੂੰ ਭੰਨ ਤੋੜ ਕੇ ਜਿਹੜਾ ਕੀਮਤੀ ਸਾਹਿਤ ਹੈ ਉਹ ਉੱਥੋਂ ਚੋਰੀ ਕਰ ਰਹੀ ਹੈ, ਤੇ ਉਹਨਾਂ ਨੇ ਕੀਤਾ ਵੀ। ਉਸ ਤੋਂ ਬਾਅਦ 7 ਜੂਨ ਦਾ ਦਿਨ ਚੜ੍ਹਿਆ, ਸਵੇਰੇ 8:30 ਵਜੇ ਫਿਰ ਇੱਕ ਜ਼ੋਰਦਾਰ ਧਮਾਕਾ ਹੋਇਆ, ਤੇ ਉਹ ਕਹਿੰਦੇ ਸ਼ਾਇਦ ਪੈਟਰੋਲ ਦੇ ਨਾਲ ਜਾਂ ਕਿਸੇ ਕੈਮੀਕਲ ਦੇ ਨਾਲ ਅੱਗ ਲਾਈ ਗਈ ਸੀ। ਅਖਬਾਰਾਂ, ਰੱਦੀ ਇਤਿਆਦਿਕ ਇਕੱਠੀ ਕਰਕੇ ਇਹ ਘੋਸ਼ਿਤ ਕਰ ਦਿੱਤਾ ਗਿਆ ਵੀ ਹਮਲੇ ਦੌਰਾਨ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਇਹ ਸੜ ਕੇ ਸੁਆਹ ਹੋ ਗਈ ਹੈ, ਕੀਮਤੀ ਸਾਹਿਤ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਕਿੰਨੀ ਗਿਰੀ ਹੋਈ ਮਾਨਸਿਕਤਾ ਹੈ। ਜਿਸ ਕਾਰਜ ਵਾਸਤੇ ਆਏ ਸੀ, ਸੰਤ ਭਿੰਡਰਾਂ ਵਾਲਿਆਂ ਨੂੰ ਖਤਮ ਕਰਨਾ ਉਹਨਾਂ ਦਾ ਮਕਸਦ ਸੀ, ਉਹ ਪੂਰਾ ਹੋ ਚੁੱਕਿਆ ਸੀ। ਪਰ ਫਿਰ ਸਾਧ ਸੰਗਤ ਜੀ ਇਹ ਕਿਉਂ ਕੀਤਾ ਗਿਆ? ਕਿਉਂਕਿ ਮਕਸਦ ਸਿਰਫ ਸੰਤ ਭਿੰਡਰਾਂ ਵਾਲੇ ਉਹਨਾਂ ਦਾ ਨਿਸ਼ਾਨਾ ਨਹੀਂ ਸਨ। ਸਿੱਖ ਕੌਮ ਨੂੰ ਆਪਣੇ ਵਿਰਸੇ ਤੋਂ ਤੋੜਨਾ, ਸਿੱਖ ਕੌਮ ਦਾ ਕੀਮਤੀ ਸਾਹਿਤ ਬਰਬਾਦ ਕਰਨਾ, ਔਰ ਮੁੜ ਕੇ ਸਿੱਖ ਕਦੇ ਆਜ਼ਾਦੀ ਦੀ ਗੱਲ, ਰਾਜ ਭਾਗ ਦੀ ਗੱਲ ਨਾ ਕਰਨ, ਸਿਰ ਨਾ ਚੁੱਕਣ, ਇਹ ਸਬਕ ਸਿਖਾਉਣਾ ਮੁੱਖ ਮਕਸਦ ਸੀ। ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ, ਸਿੱਖ ਰਾਜ ਸਥਾਪਿਤ ਹੋ ਰਿਹਾ ਸੀ, ਤਾਂ ਸ਼ੁਕਰ ਚੁੱਕੀਏ ਸਰਦਾਰ ਸਨ ਜਿਹੜੇ, ਇਹਨਾਂ ਨੇ ਸਾਧ ਸੰਗਤ ਜੀ ਜਿਹੜੇ ਮੁਸਲਮਾਨਾਂ ਦੇ ਇੱਕ ਜਗ੍ਹਾ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ। ਰਸੂਲਪੁਰ ਦੇ ਚੱਠੇ ਮੁਸਲਮਾਨਾਂ ਦੇ ਉੱਤੇ ਜਿਸ ਵੇਲੇ ਹਮਲਾ ਕੀਤਾ, ਤੇ ਹਮਲੇ ਦੌਰਾਨ ਸਿੱਖਾਂ ਦੇ ਹੱਥ ਕੀ ਲੱਗਿਆ? ਮੁਹੰਮਦ ਸਾਹਿਬ ਜੀ ਦੀ ਇੱਕ ਟੋਪੀ, ਕੁੜਤਾ ਪਜਾਮਾ, ਇਸੇ ਤਰ੍ਹਾਂ ਉਹਨਾਂ ਦੀ ਇੱਕ ਜੁੱਤੀ, ਤੇ ਸਾਧ ਸੰਗਤ ਜੀ ਇੱਕ ਬੰਦਗੀ ਦੀ ਕਿਤਾਬ, ਤੇ ਮੁਹੰਮਦ ਸਾਹਿਬ ਦੇ ਕੁਝ ਕੇਸ ਸਿੱਖਾਂ ਦੇ ਹੱਥ ਲੱਗ ਗਏ। ਪਰ ਦੇਖੋ ਫਰਕ ਕਿੰਨਾ ਹੈ। ਇੱਕ ਪਾਸੇ ਅਕਾਲ ਪੁਰਖ ਦੀ ਫੌਜ ਸਿੱਖ, ਉਹਨਾਂ ਨੇ ਹਮਲਾ ਕੀਤਾ, ਇਹ ਧਾਰਮਿਕ ਵਸਤੂਆਂ ਪ੍ਰਾਪਤ ਹੋਈਆਂ ਤੇ ਬੜੇ ਅਦਬ ਸਤਿਕਾਰ ਸਹਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਾਈਆਂ। ਤੇ ਸ਼ੇਰੇ ਪੰਜਾਬ ਸਾਰੇ ਧਰਮਾਂ ਦਾ ਅਦਬ ਸਤਿਕਾਰ ਕਰਦਾ ਸੀ। ਜਿਸ ਸਿੱਖ ਰਾਜ ਦੀਆਂ ਗੱਲਾਂ ਅੱਜ ਆਪਾਂ ਕਰਦੇ ਹਾਂ ਵੀ ਇਹੋ ਜਿਹਾ ਰਾਜ ਹੋਣਾ ਚਾਹੀਦਾ, ਤਾਂ ਸਾਧ ਸੰਗਤ ਜੀ ਉਹਨਾਂ ਨੇ ਬੜੇ ਅਦਬ ਦੇ ਸਹਿਤ ਇਹ ਸਾਰੀਆਂ ਚੀਜ਼ਾਂ ਆਪਣੇ ਤੋਸ਼ੇਖਾਨੇ ਵਿੱਚ ਰਖਾਈਆਂ। ਇੱਕ ਸਪੈਸ਼ਲ ਕਮਰਾ ਬਣਾਇਆ ਗਿਆ। ਇਹਨਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਮੁਸਲਮਾਨ ਕਾਜੀ ਦੀ ਡਿਊਟੀ ਲਾਈ ਗਈ, ਮੌਲਵੀ ਰੱਖਿਆ ਗਿਆ ਕਿ ਸਾਨੂੰ ਤੁਹਾਡੇ ਧਰਮ ਦੇ ਸਤਿਕਾਰ ਬਾਰੇ ਪਤਾ ਨਹੀਂ, ਸ਼ਰ੍ਹਾ ਦਾ ਪਤਾ ਨਹੀਂ, ਤੇ ਇਹ ਜਿਹੜੀਆਂ ਚੀਜ਼ਾਂ ਬੜੀਆਂ ਪਵਿੱਤਰ ਹੈ, ਇਹਨਾਂ ਨੂੰ ਸਾਂਭ ਸੰਭਾਲ ਕੇ ਰੱਖਿਆ ਜਾਵੇ। ਤੇ ਦੂਜੇ ਪਾਸੇ ਦੇਖੋ ਭਾਰਤੀ ਫੌਜ ਨੇ ਹਮਲਾ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ, ਹੱਥ ਲਿਖਤ ਬੀੜਾਂ, 10 ਗ੍ਰੰਥ, ਹੁਕਮਨਾਮੇ, ਪੋਥੀਆਂ, ਸਭ ਕੁਝ ਸਾਧ ਸੰਗਤ ਅਗਨ ਭੇਟ ਕਰ ਦਿੱਤਾ। ਬਹੁਤੀ ਸੰਗਤ ਨੂੰ ਪਤਾ ਨਹੀਂ ਹੋਏਗਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਕੀ ਹੈ। ਇਹਦੇ ਬਾਰੇ ਵੀ ਮੈਂ ਸਾਧ ਸੰਗਤ ਜੀ ਸੰਖੇਪ ਆਪ ਜੀ ਨੂੰ ਅਰਜ਼ ਕਰਾਂ। ਸਰਦਾਰ ਕਰਮ ਸਿੰਘ ਹਿਸਟੋਰੀਅਨ ਹੋਏ ਹੈ, ਜਿਨ੍ਹਾਂ ਨੇ ਸਿੱਖ ਸਾਹਿਤ ਦੇ ਵਾਸਤੇ, ਇਤਿਹਾਸ ਦੀ ਖੋਜ ਵਾਸਤੇ ਬਹੁਤ ਵੱਡਾ ਕਾਰਜ ਕੀਤਾ ਹੈ। ਬਹੁਤ ਮਹਾਨ ਕੰਮ ਉਹਨਾਂ ਨੇ ਕੀਤਾ। 1930 ਦੇ ਵਿੱਚ ਉਹਨਾਂ ਨੇ ਇੱਕ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਸੀ, ਉਹ ਚਲਾਉਂਦੇ ਰਹੇ। ਇਸੇ ਪ੍ਰਕਾਰ ਸਾਧ ਸੰਗਤ ਜੀ 1945 ਦਾ ਸਾਲ ਆਇਆ, ਤੇ ਸਾਧ ਸੰਗਤ ਜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ, ਇੱਕ ਇਕੱਤਰਤਾ ਹੋਈ। 1945 ਦੇ ਵਿੱਚ ਇਹ ਹਿਸਟਰੀ ਸੁਸਾਇਟੀ ਨੂੰ ਸਿੱਖ ਹਿਸਟਰੀ ਸੰਸਥਾ ਦਾ ਨਾਮ ਦਿੱਤਾ ਗਿਆ। ਤੇ ਸਾਧ ਸੰਗਤ ਜੀ ਕੌਮ ਦੇ ਮਹਾਨ ਜਿਹੜੇ ਉੱਘੇ ਸਿੱਖ ਵਿਦਵਾਨ ਸਨ, ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ, ਪ੍ਰੋਫੈਸਰ ਗੰਡਾ ਸਿੰਘ ਜੀ, ਪ੍ਰੋਫੈਸਰ ਤੇਜਾ ਸਿੰਘ ਜੀ, ਇਸੇ ਤਰ੍ਹਾਂ ਪ੍ਰੋਫੈਸਰ ਗੁਰਮੁਖ ਸਿੰਘ ਨਿਹਾਲ, ਇਹਨਾਂ ਸਾਰਿਆਂ ਨੇ ਇਹ ਸਿੱਖ ਹਿਸਟਰੀ ਸੰਸਥਾ ਦੀ ਦੇਖ ਰੇਖ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ 1945 ਦੇ ਵਿੱਚ ਹੀ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੁੰਦਾ, ਤਾਂ 1946 ਦੇ ਵਿੱਚ ਇਹ ਜਿਹੜੀ ਸਿੱਖ ਹਿਸਟਰੀ ਸੰਸਥਾ ਸੀ, ਇਹ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪੁਰਦ ਕਰ ਦਿੱਤੀ ਗਈ ਵਿਦਵਾਨਾਂ ਦੇ ਵੱਲੋਂ, ਤੇ ਇਸ ਦਾ ਨਾਮ ਰੱਖਿਆ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ। ਸਿੱਖਾਂ ਦੇ ਰੈਫਰੈਂਸ ਗ੍ਰੰਥ ਸਨ, ਉਹਦੇ ਵਿੱਚ ਕਿਸੇ ਵੀ ਚੀਜ਼ ਦਾ ਸ਼ੰਕਾ ਹੁੰਦਾ, ਉੱਥੇ ਜਾ ਕੇ ਸਾਧ ਸੰਗਤ ਜੀ ਕ੍ਰਾਸ ਚੈੱਕ ਕੀਤਾ ਜਾ ਸਕਦਾ ਸੀ, ਰੈਫਰੈਂਸ ਲਿਆ ਜਾ ਸਕਦਾ ਸੀ, ਹਵਾਲਾ ਲਿਆ ਜਾ ਸਕਦਾ ਸੀ। ਤੇ ਸਿੱਖਾਂ ਦਾ ਜਿਹੜਾ ਇੰਨਾ ਵਡਮੁੱਲਾ ਇਤਿਹਾਸ, ਸਾਹਿਤ, ਧਰਮ ਗ੍ਰੰਥ ਸਨ, ਉਹ ਸਾਧ ਸੰਗਤ ਜੀ ਇਹ ਭਾਰਤੀ ਫੌਜ ਵੱਲੋਂ ਹਮਲੇ ਤੋਂ ਬਾਅਦ
ਹਾਲਾਂਕਿ ਤੁਕ ਕੋਈ ਨਹੀਂ ਸੀ ਬਣਦੀ। 7 ਤਰੀਕ ਨੂੰ ਉੱਥੇ ਸਾਧ ਸੰਗਤ ਜੀ ਕੋਈ ਜਵਾਬੀ ਕਾਰਵਾਈ ਹੋ ਹੀ ਨਹੀਂ ਰਹੀ ਸੀ, ਪਰ ਫਿਰ ਵੀ ਸਭ ਕੁਝ ਰਾਤ ਨੂੰ ਲੁੱਟ-ਪੁੱਟ ਕੇ ਫੌਜ ਲੈ ਗਈ। ਬਾਕੀ ਰਹਿੰਦੇ ਸਾਹਿਤ ਨੂੰ, ਅਖਬਾਰਾਂ ਰਸਾਲਿਆਂ ਨੂੰ ਅਗਨ ਭੇਟ ਕਰਕੇ ਰੌਲਾ ਪਾ ਦਿੱਤਾ ਗਿਆ ਜੀ ਇਹ ਤਾਂ ਹਮਲੇ ਦੌਰਾਨ। ਤੇ ਅੱਜ ਤੱਕ ਸਾਧ ਸੰਗਤ ਜੀ ਉਹ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਲੁੱਟਿਆ ਹੋਇਆ ਸਾਜੋ ਸਮਾਨ, ਗੁਰਬਾਣੀ ਦੀਆਂ ਪੋਥੀਆਂ, ਕੀਮਤੀ ਸਾਹਿਤ ਸਿੱਖ ਕੌਮ ਨੂੰ ਪੂਰਾ ਵਾਪਸ ਨਹੀਂ ਦਿੱਤਾ ਗਿਆ, ਭਾਵੇਂ ਕਿ ਬੜੀ ਚਾਰਾਜੋਈ ਹੁੰਦੀ ਹੈ, ਬੜੇ ਯਤਨ ਕੀਤੇ ਜਾਂਦੇ ਹੈ, ਪਰ ਕੌਣ ਸੁਣਦਾ ਹੈ। ਉਹੀ ਸਰਦਾਰ ਹਰਦੀਪ ਸਿੰਘ ਜੀ ਉਹ ਜਾਣਕਾਰੀ ਦਿੰਦੇ ਦੱਸਦੇ ਹੈ, ਕਹਿੰਦੇ ਡਾਕਟਰ ਦਵਿੰਦਰ ਸਿੰਘ ਜੀ ਦੁੱਗਲ ਜਿਹੜੇ ਇੰਚਾਰਜ ਸਨ ਲਾਇਬ੍ਰੇਰੀ ਦੇ, ਹਰਦੀਪ ਸਿੰਘ ਸਹਾਇਕ ਸਨ, ਕਹਿੰਦੇ ਬੜੇ ਮਿਹਨਤੀ ਸਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਬੜੀ ਸ਼ਰਧਾ ਭਾਵਨਾ ਰੱਖਦੇ ਸੀ। ਕਿਤਾਬਾਂ ਉਹਨਾਂ ਨੇ ਲਿਖੀ ਜਾਣੀਆਂ, ਸਾਰਾ ਰਿਕਾਰਡ ਮੇਨਟੇਨ ਕਰਨਾ, ਲਿਖਦਿਆਂ ਕੰਮ ਕਰਦਿਆਂ ਜਦੋਂ ਥੱਕ ਜਾਣਾ ਤੇ ਉਸ ਵੇਲੇ ਕਹਿਣਾ ਭਾਈ ਹਰਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰੋ, ਮੈਂ ਥੱਕ ਗਿਆ, ਹੁਣ ਮੈਨੂੰ એનર્ਜੀ ਦੀ, ਸ਼ਕਤੀ ਦੀ, ਤਾਕਤ ਦੀ ਲੋੜ ਹੈ। ਕਿੰਨੀ ਦੇਰ ਤੱਕ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਚੌਰ ਸਾਹਿਬ ਕਰਨਾ, ਬਾਣੀ ਦਾ ਪਾਠ ਕਰਨਾ, ਤੇ ਫਿਰ ਉੱਠ ਕੇ ਕਹਿਣਾ ਹੁਣ ਮੈਂ ਤਰੋ ਤਾਜ਼ਾ ਹੋ ਗਿਆ, ਹੁਣ ਚਲੋ ਫੇਰ ਸੇਵਾ ਕਰਦੇ ਹਾਂ। ਤੇ ਸਾਧ ਸੰਗਤ ਜੀ ਇਹ ਸਰਦਾਰ ਹਰਦੀਪ ਸਿੰਘ ਜਿਹੜੇ ਸਹਾਇਕ ਸਨ ਨਾ, ਇਹਨਾਂ ਨੂੰ 7 ਜੂਨ ਨੂੰ ਫੌਜ ਨੇ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਭੇਜ ਦਿੱਤਾ ਸੀ। 1988 ਦੇ ਵਿੱਚ ਜਿਸ ਵੇਲੇ ਇਹ ਰਿਹਾ ਹੋ ਕੇ ਆਏ, ਉਸ ਵੇਲੇ ਸਾਧ ਸੰਗਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜੇ ਇੰਚਾਰਜ ਸਨ ਸਰਦਾਰ ਮਨਜੀਤ ਸਿੰਘ ਕਲਕੱਤਾ, ਉਹਨਾਂ ਦੇ ਨਾਲ ਆ ਕੇ ਫਿਰ ਇਹਨਾਂ ਨੇ ਸਹਾਇਕ ਵਜੋਂ ਨੌਕਰੀ ਕੀਤੀ, ਸੇਵਾ ਨਿਭਾਈ। ਕਹਿੰਦੇ ਇੱਕ ਦਿਨ ਪੁਲਿਸ ਦਾ ਇੱਕ ਬੰਦਾ ਨੰਦਾ ਆਇਆ, ਉਹਦੇ ਹੱਥ ਵਿੱਚ ਕੁਝ ਕਿਤਾਬਾਂ ਤੇ ਹੱਥ ਲਿਖਤ ਹੁਕਮਨਾਮੇ ਸਨ। ਉਹ ਦੇ ਕੇ ਨਾ ਉਹਨੇ ਆਖਿਆ ਬਈ ਆ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਸਤੇ ਲੈ ਕੇ ਆਇਆ। ਕਹਿੰਦੇ ਮੈਨੂੰ ਸਰਦਾਰ ਕਲਕੱਤਾ ਸਾਹਿਬ ਕਹਿੰਦੇ ਵੀ ਹਰਦੀਪ ਸਿਆਂ ਇਉਂ ਕਰ ਵੀ ਇਹਨਾਂ ਦੇ ਉੱਤੇ ਲਾਇਬ੍ਰੇਰੀ ਦਾ ਨੰਬਰ ਲਾ ਕੇ ਨਾ ਤੇ ਇਹਨਾਂ ਨੂੰ ਜਮ੍ਹਾਂ ਕਰ ਲੈ ਸਾਹਮਣੇ ਯੋਗ ਜਗ੍ਹਾ ਦੇ ਉੱਤੇ। ਕਹਿੰਦੇ ਜਿਉਂ ਵੀ ਮੈਂ ਉਹਦੇ ਉੱਤੇ ਨੰਬਰ ਲਾਉਣ ਲੱਗਿਆ ਤੇ ਉਹਦੇ ਉੱਤੇ ਪੁਰਾਣੇ ਨੰਬਰ ਲੱਗੇ ਹੋਏ ਕਿਤਾਬਾਂ ਦੇ ਉੱਤੇ। ਕਹਿੰਦੇ ਮੈਂ ਜਦੋਂ ਚੈੱਕ ਕੀਤਾ ਬਈ ਇਹ ਤਾਂ ਉਹੀ ਨੰਬਰ ਹੈ ਜਿਹੜੇ ਸਾਡੇ ਪੁਰਾਣੀ ਲਾਇਬ੍ਰੇਰੀ ਦੇ ਰਿਕਾਰਡ ਦੇ ਵਿੱਚ ਲੱਗੇ ਹੋਏ ਸੀ, ਮਿਲਾਇਆ ਰਜਿਸਟਰਾਂ ਦੇ ਨਾਲ, ਬਿਲਕੁਲ ਸਾਰਾ ਕੁਝ ਇਨ-ਬਿਨ ਸਾਧ ਸੰਗਤ ਜੀ ਮਿਲ ਗਿਆ। ਜਿਸ ਵੇਲੇ ਮਿਲਿਆ ਕਹਿੰਦੇ ਉਸ ਵੇਲੇ ਯਕੀਨ ਹੋ ਗਿਆ ਵੀ ਆ ਜਿਹੜਾ ਸਭ ਕੁਝ ਲੁੱਟਿਆ ਪੁੱਟਿਆ ਨਾ ਇਹ ਇਹਨਾਂ ਦੇ ਕੋਲ ਹੀ ਹੈ, ਐਵੇਂ ਬਹਾਨੇਬਾਜ਼ੀ ਕਰਦੇ ਆ ਤੇ ਹੌਲੀ ਹੌਲੀ ਕਰਕੇ ਇਹ ਚੀਜ਼ਾਂ ਬਾਹਰ ਆ ਰਹੀਆਂ। ਇਉਂ ਸਾਧ ਸੰਗਤ ਜੀ ਇਹ 7 ਜੂਨ ਦੇ ਦਿਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਗਿਆ, ਕੀਮਤੀ ਸਾਹਿਤ ਗੁਰਬਾਣੀ ਦੀਆਂ ਪੋਥੀਆਂ ਨੂੰ ਅਗਨ ਭੇਟ ਕੀਤਾ ਗਿਆ, ਸਾੜਿਆ ਗਿਆ। ਇਉਂ ਭਾਰਤੀ ਫੌਜ ਨੇ ਜ਼ੁਲਮ ਕੀਤਾ ਸੀ। ਉਹ ਅੱਜ ਦਾ 7 ਜੂਨ ਦਾ ਦਿਹਾੜਾ ਹੈ ਤੇ ਸਾਧ ਸੰਗਤ ਜੀ ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਹ ਜਾਣਕਾਰੀ ਸੰਗਤ ਦੇ ਨਾਲ ਸਾਂਝੀ ਕਰਨੀ ਉਚਿਤ ਸਮਝੀ ਹੈ, ਜ਼ਰੂਰੀ ਸਮਝੀ ਹੈ, ਕਿਉਂਕਿ ਜੇ ਦਿਨ ਦੇ ਦਿਨ ਆਪਾਂ ਉਹ ਚੀਜ਼ ਨੂੰ ਚੇਤੇ ਕਰਦੇ ਹਾਂ, ਇਤਿਹਾਸਕ ਵਾਰਤਾ ਨੂੰ, ਤਾਂ ਸਾਧ ਸੰਗਤ ਜੀ ਉਹ ਸਾਨੂੰ ਫਿਰ ਸਾਡੇ ਜ਼ਿਹਨ ਦੇ ਵਿੱਚ ਤਰੋ ਤਾਜ਼ਾ ਰਹਿੰਦਾ, ਹਮੇਸ਼ਾ ਵਾਸਤੇ ਯਾਦ ਰਹਿ ਜਾਂਦਾ ਹੈ। ਇਸ ਕਰਕੇ ਆਪਣੇ ਸਿੱਖ ਇਤਿਹਾਸ ਨੂੰ ਚੇਤੇ ਰੱਖੀਏ, ਚਾਹੇ ਪੁਰਾਤਨ ਗੁਰੂ ਸਾਹਿਬਾਨਾਂ ਦਾ ਇਤਿਹਾਸ ਹੈ, ਵਰਤਮਾਨ ਸਮੇਂ ਦਾ ਇਤਿਹਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹੋਏ ਗੁਰਫਤਿਹ ਦੀ ਸਾਂਝ ਕਰਦਾ ਹਾਂ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।